जी। श्लोक महला पंजवा। तेडी बंदस मैं कोई न डिठा, तू नानक मन भाना। कोल कुम्हाई तिस मित्र विचोले, जय मिल कंत पछाणा। तेडी बंदस में कोई न डिठा, वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी की पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु जी। श्लोक महला पंजवा। धन धन पंजवें पातशाह श्री गुरु अर्जन देव साहिब जी महाराज पवित्र पावन श्लोक उच्चारण कर रहे हैं। रामकली की वार महला पंजवा सरलेख हेठ 15वां श्लोक साहिब दर्ज कर रहे ने। तैडी बंदस में कोई न डिठा, हे परमेश्वर तेरी बंदस मानिंद सदर्श तेरे न्याई तेरे बराबर दा मैनू अज तक दुनिया दे विच कोई भी नहीं डिठा, कोई मिलिया नहीं, मैं किसी नूं देखिया नहीं या तैनू किसी किस्म की बंदस रुकावट पाउण वाला या तैनू बंदी खाने में पाउण वाला दुनिया दे विच अज तक मैं कोई नहीं वेखिया। तू नानक मन भाना। सतगुरु महाराज साहब जी कथन करते ने कि हे परमेश्वर एक तू मेरे मन मेरे हिरदे विच भाउंदा है, प्यारा लगदा है। तू मेरो प्यारो तां कैसी भुख, तू मन वसिया तां लगे ना दुख। कोल कुमाई तिस मित्र विचोले, मैं तिस विचोलगी करन वाले मित्र सज्जन गुरु के उपरों मन बाणी शरीर करके वारने बलिहारने जावा। जय मिल कंत पछाणा, देह कंत खसम पति परमेश्वर मेरे मालका
ਜੈ ਜਿਸ ਸਤਿਗੁਰੂ ਦੇ ਨਾਲ ਮਿਲਾਪ ਕਰਕੇ ਮੈਂ ਤੈਨੂੰ ਪਹਿਚਾਨਣਾ ਕੀਤਾ ਹੈ, ਉਸ ਸਤਿਗੁਰੂ ਦੇ ਉੱਪਰੋਂ ਮੈਂ ਬਲਿਹਾਰ ਜਾਵਾਂ, ਮੈਂ ਕੁਰਬਾਨ ਜਾਵਾਂ। ਸੋ ਮੈਂ ਵਾਰੀ ਜਾਵਾਂ, ਆਪ ਦਾ ਬਲ ਆਪ ਦਾ ਹੰਕਾਰ ਮੈਂ ਤਿਆਗ ਕੇ ਉਹਦੇ ਚਰਨਾਂ ਦੀ ਸੇਵਾ ਕਰਨਾ ਕਰਾਂ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫੁਰਮਾਨ ਕਰਦੇ ਹਨ। ਪਾਵ ਸੁਹਾਵੇ ਜਹਾਂ ਤਾਉ ਧਿਰ ਜੁਲਦੇ। ਇਹ ਪਰਮੇਸ਼ਰ ਪੈਰ ਤਾਂ ਹੀ ਸੋਭਨੀਕ ਹੁੰਦੇ ਹਨ ਜਦ ਤੇਰੇ ਦਰਸ਼ਨ ਕਰਨ ਵਾਸਤੇ ਤੇਰੀ ਤਰਫ ਚੱਲਦੇ ਹਨ। ਇਸੇ ਪ੍ਰਕਾਰ ਭਾਵ ਸੁਹਾਵੇ ਜਾਂ ਤਾਉ ਧਿਰ ਜੁਲਦੇ। ਜਦੋਂ ਸਤ ਸੰਗਤ ਵਿੱਚ ਤੇਰਾ ਸਰੂਪ ਸਤਿਗੁਰਾਂ ਦੀ ਤਰਫ ਭਾਵ ਦਰਸ਼ਨ ਕਰਨ ਲਈ ਚੱਲਦੇ ਹਨ, ਤਦੋਂ ਜਿਹੜੇ ਪੈਰ ਨੇ ਉਹ ਸ਼ੋਭਨੀਕ ਹੁੰਦੇ ਹਨ। ਸੀਸ ਸੁਹਾਵਾ ਚਰਣੀ। ਅਤੇ ਜੋ ਸੀਸ ਸਿਰ ਹੈ ਇਹ ਤਾਂ ਸ਼ੋਭਾ ਵਾਲਾ ਹੁੰਦਾ ਹੈ ਜਦ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਆ ਟਿਕਦਾ ਹੈ। ਮੁਖ ਸੁਹਾਵਾ ਜਾਂ ਤਾਉ ਜਸ ਗਾਵੈ। ਜਿਹੜਾ ਮੁਖ ਮੂੰਹ ਹੈ ਇਹ ਤਾਂ ਸ਼ੋਭਨੀਕ ਹੁੰਦਾ ਹੈ ਜਦ ਤੇਰਾ ਜਸ ਤੇਰਾ ਇਹ ਕੀਰਤਨ ਗਾਉਂਦਾ ਹੈ। ਸੋ ਪਾਤਸ਼ਾਹ ਜੀ ਦਾ ਬਚਨ ਹੈ ਕਿ ਹੇ ਰਸਨਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਗਰਮੀ ਪਾਈਐ, ਸਤਿਗੁਰੂ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਵਿਸਰੇ, ਜਾਂ ਹਰ ਵਸੈ ਮਨ ਆਏ। ਸੋ ਜਿਹੜਾ ਮੁਖ ਹੈ ਇਹ ਮੁਖ ਦੀ ਸ਼ੋਭਾ ਤਾਂ ਹੈ ਜੇ ਵਾਹਿਗੁਰੂ ਜੀ ਦਾ ਨਾਮ ਰਸਨਾ ਦੇ ਨਾਲ ਇਹ ਜਸ ਗਾਵੇ। ਜਿਉ ਪਿਆ ਤਾਉ ਸਰਣੀ। ਅਤੇ ਜੀਵ ਤੇਰੀ ਓਟ ਦੇ ਵਿੱਚ ਪਿਆਰੇ ਤਾਂ ਸ਼ੋਭਨੀਕ ਹੁੰਦਾ ਹੈ, ਜਾਂ ਜੀਵ ਦਾ ਹਿਰਦਾ ਤਾਂ ਸ਼ੋਭਨੀਕ ਹੈ ਜੇ ਤੇਰੀ ਸ਼ਰਨ ਵਿੱਚ ਪਿਆਰੇ ਭਾਵ ਤੇਰਾ ਆਸਰਾ ਲੈਣਾ ਕਰੇ। ਪੌੜੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੀ ਪੌੜੀ ਉਚਾਰਨ ਕਰ ਰਹੇ ਹਨ। ਮਿਲਨਾਰੀ ਸਤ ਸੰਗ ਮੰਗਲ ਗਾਵੀਆ। ਜਿਸ ਜਗਿਆਸੂ ਰੂਪ ਇਸਤਰੀ ਨੇ ਮਹਾਤਮਾ ਰੂਪ ਸਖੀ ਨਾਲ ਸਤ ਸੰਗਤ ਵਿੱਚ ਮਿਲ ਕੇ ਪਤੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ ਹੈ। ਘਰ ਕਾ ਹੁਆ ਬੰਧਾਨ ਬਹੁੜ ਨਾ ਧਾਵੀਆ। ਉਸ ਲਈ ਸਰੂਪ ਤੁਰਿਆ ਪਦ ਰੂਪ ਘਰ ਦੀ ਪ੍ਰਾਪਤੀ ਦਾ ਪ੍ਰਬੰਧ ਹੋ ਗਿਆ ਹੈ, ਭਾਵ ਨਿਯਮ ਬਣ ਗਿਆ ਹੈ। ਇਸ ਕਰਕੇ ਉਹ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਦੌੜਦੀ ਹੈ। ਅਤੇ ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ। ਉਹਨਾਂ ਦੀ ਉਸ ਦੀ ਝੂਠੀ ਸ਼ੋਭਾ ਦੁਰਤ ਪਾਪਾਂ ਤੇ ਦਵੈਤ ਨੂੰ ਪੈਦਾ ਕਰਨ ਵਾਲੀ ਦੁਰਮਤ ਖੋਟੀ ਸਿੱਖਿਆ ਇਹ ਬਿਨਠੀ ਨਾਸ਼ ਹੋ ਗਈ ਹੈ। ਸੀਲਵੰਤ ਪ੍ਰਧਾਨ। ਉਹੀ ਸ੍ਰੇਸ਼ਟ ਨਰਮ ਸੁਭਾਅ ਵਾਲੀ ਅਤੇ ਵਿਕਾਰਾਂ ਨੂੰ ਜਿਤਨੇ ਕਰਕੇ ਲੋਕ ਅਤੇ ਪਰਲੋਕ ਦੇ ਵਿੱਚ
ਪ੍ਰਧਾਨ ਮੁਖੀ ਹੈ। ਹਿਰਦੈ ਸੱਚਾ ਵੀਆ ਜਿਸ ਦੇ ਹਿਰਦੇ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਆ ਗਈ ਹੈ, ਜਾਂ ਹਿਰਦੇ ਵਿੱਚ ਜਿਸ ਦੇ ਸਚਾਈ ਆ ਗਈ ਹੈ। ਅੰਤਰ ਬਾਹਰ ਇੱਕ ਉਸ ਨੂੰ ਹਿਰਦੇ ਦੇ ਵਿੱਚ ਵੀ ਇੱਕੋ ਪਰਮੇਸ਼ਰ ਅਤੇ ਬਾਹਰ ਸੰਸਾਰ ਵਿੱਚ ਵੀ ਇੱਕੋ ਪਰਮੇਸ਼ਰ ਵਿਆਪਕ ਦਿਸਦਾ ਹੈ। ਇੱਕ ਰੀਤਾ ਵੀਆ ਅਤੇ ਉਸ ਦੇ ਅੰਦਰ ਵੀ ਇੱਕੋ ਦੀ ਰੀਤ ਮਰਿਆਦਾ ਆ ਗਈ ਹੈ, ਜਾਂ ਉਸ ਨੂੰ ਇੱਕ ਨਾਮ ਜਪਣ ਤੋਂ ਬਗੈਰ ਸਾਰੀ ਦੁਨੀਆ ਰੀਤਾਵੀਆ ਖਾਲੀ ਦਿਸਦੀ ਹੈ। ਮਨ ਦਰਸ਼ਨ ਕੀ ਪਿਆਸ ਉਸ ਜਗਿਆਸੂ ਰੂਪ ਇਸਤਰੀ ਦੇ ਮਨ ਹਿਰਦੇ ਵਿੱਚ ਪਤੀ ਪਰਮੇਸ਼ਰ ਦੇ ਦਰਸ਼ਨ ਦੀਦਾਰਿਆਂ ਦੀ ਪਿਆਸ ਤਰੇ ਲੱਗੀ ਹੋਈ ਹੈ। ਚਰਨ ਦਾਸਾ ਵੀਆ ਕਿਉਂਕਿ ਉਸਨੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੀਆਂ ਚਰਨ ਦਾਸੀਆਂ ਵਾਲਾ ਸੁਭਾਅ ਜੋ ਧਾਰਨ ਕਰ ਲਿਆ ਹੈ। ਸੋਭਾ ਬਣੀ ਸੀਗਾਰ ਖਸਮ ਜਾ ਰਾਵੀਆ ਜਦ ਖਸਮ ਮਾਲਕ ਪਰਮੇਸ਼ਰ ਨੇ ਉਸ ਨੂੰ ਆਪਣੇ ਵਿੱਚ ਰਾਵੀਆ ਅਭੇਦ ਕਰ ਲਿਆ, ਜਾਂ ਜਦੋਂ ਉਹਨੇ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮੰਨਣਾ ਕੀਤਾ, ਭੋਗਣਾ ਕੀਤਾ, ਤਦੋਂ ਉਸ ਦੀ ਪ੍ਰੇਮਾ ਭਗਤੀ ਕਰਕੇ ਸ੍ਰੇਸ਼ਟ ਸ਼ੋਭਾ ਮਹਿਮਾ ਬਣ ਗਈ। ਮਹਿਮਾ ਬਣ ਆਈ ਅਤੇ ਸ਼ੁਭ ਗੁਣਾ ਰੂਪ ਸ਼ਿੰਗਾਰ ਉਹ ਵੀ ਸਫਲਾ ਹੋ ਗਿਆ ਹੈ। ਖਸਮ ਜਾ ਰਾਵੀਆ ਖਸਮ ਮਾਲਕ ਕੌਣ ਹੈ? ਪਰਮੇਸ਼ਰ। ਜਿਹੜੀ ਘਰ ਵਾਲੀ ਹੈ, ਧਰਮ ਸੁਪਤਨੀ ਹੈ, ਉਹਦੀ ਸ਼ੋਭਾ ਤਾਂ ਆਪਦੇ ਘਰ ਵਾਲੇ ਦੇ ਗੋਡੇ ਦੇ ਕੋਲ ਬੈਠਿਆ ਹੀ ਹੈ। ਮਤਲਬ ਮਾਲਕ ਕੌਣ ਹੈ? ਪਰਮੇਸ਼ਰ। ਉਹੀ ਸਾਡਾ ਪਤੀ ਹੈ। ਇਸੇ ਤਰ੍ਹਾਂ ਇੱਥੇ ਤੇ ਭਾਵੇਂ ਕਰੋੜ ਰੁਪਈਆ ਵੀ ਤੁਸੀਂ ਦੇ ਦਿਓ ਵੀ ਥੋੜ੍ਹਾ ਹੈ, ਪਰ ਗੁਰਦੁਆਰੇ ਤੋਂ ਬਾਹਰ ਇੱਕ ਕਾਣੀ ਕੌਡੀ ਵੀ ਸਾਡਾ ਮੁੱਲ ਨਹੀਂ ਹੈ। ਇਕੱਲਾ ਬੰਦਾ ਕੀ ਕਰੂਗਾ? ਬਾਣੀ ਦਾ ਹੀ ਆਸਰਾ ਹੈ। ਤੋ ਜੇ ਤਾਂ ਮਹਾਰਾਜ ਪਰਮੇਸ਼ਰ ਮਾਲਕ ਦੀ ਪ੍ਰਾਪਤੀ ਹੈ, ਉਹਦੀ ਸੰਗਤ ਹੈ, ਉਹਦੇ ਗੋਡੇ ਕੋਲ ਅਸੀਂ ਬੈਠੇ ਵਾਹਿਗੁਰੂ ਦੇ ਗੁਣ ਗਾ ਰਹੇ ਹਾਂ, ਤਾਂ ਹੀ ਆਨੰਦ ਹੈ, ਨਹੀਂ ਤਾਂ ਜ਼ਿੰਦਗੀ ਦੁੱਖ ਹੀ ਦੁੱਖ ਹੈ। ਸੋ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਆਨੰਦ ਨੂੰ ਮੰਨਣਾ ਅਤੇ ਭੋਗਣਾ ਕੀਤਾ ਹੈ। ਇੱਕ ਸਿੰਘ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਦਾ ਬੜਾ ਪੁਰਾਣਾ ਗੜਵਾਈ ਭਾਈ ਸਰੂਪ ਸਿੰਘ, ਮੈਨੂੰ ਉਹਦੀ ਗੱਲ ਅੱਜ ਤੱਕ ਯਾਦ ਹੈ। ਕਹਿੰਦਾ ਮੈਂ ਕਾਰ ਵੀ ਲਈ, ਖੁੰਬਾਂ ਵੀ ਘਰ ਦੇ ਵਿੱਚ ਪੈਦਾ ਕੀਤੀਆਂ, ਬੜੇ ਬੜੇ ਪਾਪੜ ਕਾਰੋਬਾਰ ਕੀਤੇ, ਬੜੇ ਪਾਪੜ ਵੇਲੇ, ਬੜੀ ਖਾਕ ਛਾਣੀ, ਪਰ ਪਰਮਾਤਮਾ ਨੇ ਪਤਾ ਨਹੀਂ ਸਾਡੇ ਕਰਮਾਂ 'ਚ ਗੁਰਦੁਆਰਾ ਪੱਕਾ ਹੀ ਲਿਖ ਦਿੱਤਾ ਵੀ ਇੱਥੋਂ ਹੀ ਲੰਗਰ ਛਕਣਾ ਅਤੇ ਇੱਥੇ ਹੀ ਰਹਿਣਾ ਹੈ, ਤੁਹਾਨੂੰ ਕਿਸੇ ਕੰਮ 'ਚ ਕਾਮਯਾਬ ਹੋਣ ਹੀ ਨਹੀਂ ਦੇਣਾ। ਪਹਿਲੀ ਗੱਲ ਤਾਂ ਬੰਦਾ ਕੋਈ ਕੰਮ ਕਰ ਨਹੀਂ ਸਕਦਾ, ਜੇ ਸ਼ੁਰੂ ਕਰ ਲਵੇ ਤੇ ਰੱਬ ਦੀ ਇਹੋ ਜਿਹੀ ਕਿਰਪਾ ਕਹਿ ਲਓ, ਉਹਨੇ ਕਾਮਯਾਬੀ ਨਹੀਂ ਕਰਨ ਦੇਣੀ ਕਿਸੇ 'ਚ ਵੀ। ਤੋ ਇਸ ਵਾਸਤੇ ਇਹ ਪਰਮਾਤਮਾ ਵੱਲੋਂ ਹੀ ਹੈ। ਤੋ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਸ਼ੋਭਾ ਹੈ, ਹੋਰ ਕਿਤੇ ਕੋਈ ਸ਼ੋਭਾ ਨਹੀਂ ਹੈ। ਜਾਂ ਸ਼ੁਭ ਗੁਣਾ ਰੂਪੀ ਸ਼ਿੰਗਾਰ ਵੀ ਉਸੇ ਦਾ ਸਫਲ ਹੈ। ਮਿਲਿਆ ਆਏ ਸੰਜੋ ਲੱਲੇ ਨੂੰ ਬਿਹਾਰੀ ਹੋਣ ਕਰਕੇ ਮਿਲਿਆ ਪਾਠ ਬਣੇਗਾ। ਜਦੋਂ ਜਗਿਆਸੂ ਰੂਪ ਜਿਹੜੀ ਸਖੀ ਹੈ ਉਹ ਵਾਹਿਗੁਰੂ ਨੂੰ ਭਾ ਗਈ ਹੈ, ਤਦੋਂ ਪੂਰਬਲੇ ਨਿਸ਼ਕਾਮ ਕਰਮਾਂ ਦੇ ਮੇਲ ਕਰਕੇ ਸਾਧ ਸੰਗਤ ਦੁਆਰਾ ਪਤੀ ਪਰਮੇਸ਼ਰ ਦੇ ਨਾਲ ਆ ਕੇ
ਉਹ ਮਿਲਿਆ ਮਿਲ ਗਈ ਹੈ। ਜਾਂ ਤਿਸ ਭਾਵੀਆ ਜਿਸ ਵਕਤ ਜਗਿਆਸੂ ਰੂਪ ਸਖੀ ਦੀ ਪ੍ਰੇਮਾ ਭਗਤੀ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਭਾ ਗਈ ਹੈ, ਤਾਂ ਫਿਰ ਉਸ ਦੀ ਜਿਹੜੀ ਬਿਰਤੀ ਹੈ ਪੁਰਾਣੇ ਨਿਸ਼ਕਾਮ ਕਰਮਾਂ ਦੇ ਸੰਜੋਗ ਕਰਕੇ ਮਿਲੀ ਆ ਵਾਹਿਗੁਰੂ ਦੇ ਵਿੱਚ, ਉਸ ਦੇ ਸ਼ਬਦ ਦੇ ਵਿੱਚ ਮਿਲ ਗਈ ਹੈ, ਭੇਦ ਹੋ ਗਈ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਜੋ, ਕਿਆ ਕਰੇ ਵਿਚਾਰੀਆ। ਸਲੋਕ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੋ ਪਾਵਨ ਫਰਮਾਨ ਕਰਦੇ ਹਨ। ਆਪੇ ਗੁਣ ਤੁਹਾਡੇ ਨਾਨਕ ਜੀਓ, ਹੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀਓ, ਹੇ ਅਕਾਲ ਪੁਰਖ ਜੀਓ, ਹਬ ਗੁਣ ਤੁਹਾਡੇ ਸਾਰੇ ਗੁਣ ਕਹੀਏ ਪਰ ਉਪਕਾਰ ਇਤਿਆਦਿਕ ਤੇਰੇ ਹੀ ਬਖਸ਼ੇ ਹੋਏ। ਮੈਂ ਕੂ ਥੀਏ ਮੇਰੇ ਤਾਈਂ ਥੀਏ ਪ੍ਰਾਪਤ ਹੋਏ ਹਨ। ਮੈਂ ਨਿਰਗੁਣ ਤੇ ਕਿਆ ਹੋਵੈ, ਮੈਥੋਂ ਗੁਣਾਂ ਤੋਂ ਰਹਿਤ ਭਲਾ ਕੀ ਹੋ ਸਕਦਾ ਹੈ, ਜਾਂ ਮੈਥੋਂ ਨਿਰਗੁਣ ਪਾਸੋਂ ਦਿਰ ਕੀਤੇ ਉਪਕਾਰਾਂ ਦਾ ਕੀ ਮੁੱਲ ਹੋ ਸਕਦਾ ਹੈ। ਭਾਵ ਕੋਈ ਵੀ ਮੁੱਲ ਨਹੀਂ ਹੋ ਸਕਦਾ। ਪਹਿਲਾਂ ਤਾਂ ਇਹ ਪਰਉਪਕਾਰ ਸਾਡੇ ਪਰ ਵਾਹਿਗੁਰੂ ਜੀ ਦਾ ਹੋਇਆ ਕਿ 1,84,000 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਜੂਨਾਂ ਦੇ ਵਿੱਚੋਂ ਸਾਨੂੰ ਰੱਬ ਨੇ ਬੰਦੇ ਬਣਾਇਆ। ਕਈ ਬੰਦਿਆਂ ਦੀ ਜੂਨ ਵੀ ਪਸ਼ੂਆਂ ਵਰਗੀ ਹੁੰਦੀ, ਬੀੜੀਆਂ ਪੀਵੀ ਜਾਓ, ਸ਼ਰਾਬਾਂ ਕਬਾਬਾਂ। ਤੋ ਇਹੋ ਜਿਹੀ ਜਿਹੜੀ ਕਰਤੂਤ ਪਸ਼ੂ ਕੀ ਮਾਨਸ ਜਾਦੇ ਤੇ ਤੋਂ ਬਚਾ ਕੇ ਸਿੱਖਾਂ ਦੇ ਘਰ ਜਨਮ ਦਿੱਤਾ। ਸੋਹਣੀ ਬੜੀ ਮਾਂ ਦਿੱਤੀ ਜਿਹੜੀ ਗੁਰੂ ਘਰ ਨੂੰ ਮੰਨਣ ਵਾਲੀ। ਫਿਰ ਗੁਰੂ ਘਰ ਦੀ ਸੋਝੀ ਦਿੱਤੀ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਬਣੀਏ। ਰੱਬ ਵਰਗਾ ਗੁਰੂ ਦਿੱਤਾ, ਮਹੱਲਾ ਵਰਗਾ ਗੁਰਦੁਆਰਾ ਬਖਸ਼ ਦਿੱਤਾ। ਅੱਜ ਕੱਲ੍ਹ ਤਾਂ ਲੋਕ ਗੱਲ ਕਰਨ ਦਾ ਵੀ, ਕੰਸਲਟੈਂਟ ਦਾ ਵੀ, ਉਹ ਕੰਸਲਟੇਸ਼ਨ ਜਿਹੜੀ ਉਹ ਸਲਾਹ ਮਸ਼ਵਰਾ ਹੁੰਦਾ ਉਹਦਾ ਵੀ ਮੁੱਲ ਪਾਉਂਦੇ। ਕਿਤੇ ਵੀ ਬੈਠਣ ਦਾ ਉਹ ਕਿਰਾਇਆ ਲੈਂਦੇ। ਕਿੰਨੀ ਵੱਡੀ ਕਿਰਪਾ ਹੈ, ਇੰਨੀ ਉੱਚੀ ਸੁੱਚੀ ਧੁਰ ਕੀ ਬਾਣੀ ਸਾਨੂੰ ਫ੍ਰੀ ਖਾਤੇ ਪ੍ਰਾਪਤ ਹੋ ਰਹੀ ਹੈ। ਇਹ ਪਰਉਪਕਾਰੀ ਤਾਂ ਹਨ। ਖੰਡੇ ਬਾਟੀ ਦਾ ਅੰਮ੍ਰਿਤ ਬਖਸ਼ਿਆ, ਗੁਰ ਮੰਤਰ ਗੁਰਬਾਣੀ ਦਾ ਪਾਠ ਪਠਨ ਸਭ ਕੁਝ ਮਹਾਰਾਜ ਦੀ ਕਿਰਪਾ ਹੋਈ। ਤੇ ਆ ਕੁਦਰਤ ਵੱਲੋਂ ਆਕਸੀਜਨ, ਸੋਹਣਾ ਵਾਤਾਵਰਨ, ਰਹਿਣ ਬਹਿਣ, ਇਹ ਵਾਹਿਗੁਰੂ ਜੀ ਦੇ ਪਰਉਪਕਾਰੀ ਤਾਂ ਹਨ। ਸੋ ਇਸ ਲਈ हे ਮਹਾਰਾਜ, ਮੈਂ ਤਾਂ ਨਿਰਗੁਣ ਆ ਰਿਹਾ ਹਾਂ, ਆਪਦੇ ਕੀਤੇ ਪਰਉਪਕਾਰਾਂ ਦਾ ਮੈਂ ਕੀ ਮੁੱਲ ਪਾ ਸਕਦਾ ਹਾਂ। ਆਓ ਜੀ ਵੱਡ ਦਾਤਾਰ ਨਾ ਕੋਈ, ਇਹ ਪਰਮੇਸ਼ਰ ਤੇਰੇ ਜਿਹੜਾ ਵੱਡਾ ਸੰਸਾਰ ਵਿੱਚ ਦਾਤਾਂ ਦੇਣ ਵਾਲਾ ਦਾਤਾ ਹੋਰ ਕੋਈ ਨਹੀਂ ਹੈ। ਜਾਚਕ ਸਦਾ ਜਾਚੋਵੈ, ਇਸ ਲਈ ਮੈਂ ਜਾਚਕ ਮੰਗਤਾ ਬਣ ਕੇ ਸਦਾ ਹੀ ਆਪ ਜੀ ਦੇ ਦਰਸ਼ਨਾਂ ਨੂੰ, ਆਪ ਜੀ ਦੇ ਨਾਮ ਨੂੰ ਮੰਗਦਾ ਹਾਂ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਕਿਰਪਾ ਕਰਕੇ ਆਪਣਾ ਨਾਮਦਾਨ ਬਖਸ਼ੋ ਜੀ। ਹਮ ਭੀਖਕ ਬੇਖਾਰੀ ਤੇਰੇ, ਤੂੰ ਨਿਜਬਤ ਹੈ ਦਾਤਾ। ਉਹ ਦਿਆਲ ਨਾਮ ਦੇਹੁ ਮੰਗਤ ਜਨ ਗੋ, ਸਦਾ ਰਹੋ ਰੰਗ ਰਾਤਾ। ਹਮੇਸ਼ਾ ਅਸੀਂ ਆਪ ਦੇ ਰੰਗ ਪ੍ਰੇਮ ਦੇ ਵਿੱਚ ਰਤੇ ਰਹੀਏ ਜੀ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ।
ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਬਖਸ਼ਿਸ਼ਾਂ ਰਹਿਮਤਾਂ ਕਰ ਰਹੇ ਹਨ। ਦੇਹ ਛਿਜੰਦੜੀ ਊਣ ਮਝੂਣਾ। ਜਿਹੜੀ ਪ੍ਰਤੱਖ ਦੇ ਕਾਇਆ ਹੈ, ਇਹਦੇ ਸਿੱਜਣ ਛੁੱਟਣ ਵੇਲੇ ਭਾਵ ਨਾਸ਼ ਹੋਣ ਵੇਲੇ ਮਝੂਣਾ ਵਿਚਲਾ ਹਿਰਦਾ ਸ਼ੁਭ ਗੁਣਾਂ ਤੋਂ ਊਣ ਖਾਲੀ ਸੀਗਾ। ਇਸੇ ਪ੍ਰਕਾਰ ਦੇਹ ਛਿਜੰਦੜੀ ਊਣ ਮਝੂਣਾ। ਜਦੋਂ ਪ੍ਰਤੱਖ ਦੇਹ ਸਿੱਜਣ ਵੇਲੇ ਛੁੱਟਣ ਵੇਲੇ ਪਹੁੰਚੀ, ਇਹਦੀ ਮੌਤ ਆਈ, ਹਿਰਦੇ ਨੇ ਆਪਣੇ ਆਪ ਨੂੰ ਸ਼ੁਭ ਗੁਣਾਂ ਤੋਂ ਖਾਲੀ ਵੇਖਿਆ। ਜਾਂ ਇਸੇ ਪ੍ਰਕਾਰ ਦੇਹ ਛਿਜੰਦੜੀ ਊਣ ਮਝੂਣਾ। ਪਾਠ ਤਾਂ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਆਪਣੇ ਸੁਣਿਆ, ਪਰ ਅਰਥ ਕਰਨ ਲਈ ਜੇ ਊਣਮ ਮੰਨ ਲਈਏ ਤੇ ਝੂਣਾ, ਤਾਂ ਇਸ ਦਾ ਅਰਥ ਬਣੇਗਾ ਕਿ ਕਾਇਆਂ ਦੇ ਨਾਸ਼ ਹੋਣ ਵੇਲੇ ਜੀਵ ਆਤਮਾ ਆਪਣੇ ਆਪ ਨੂੰ ਨਿਕਾਰਾ ਵੇਖ ਕੇ ਕਿ ਮੈਂ ਕੁਝ ਨਹੀਂ ਕਰ ਸਕਦੀ, ਊਣਮ ਸੋ ਝੂਣਾ ਨਿੰਮੋ ਝੂਣਾ ਇਹ ਹੋ ਜਾਂਦਾ ਵੇਖ ਕੇ ਦੇਹ ਜਿਹੜੀ ਹੈ ਇਹ ਬੜੀ ਉਦਾਸ ਜਿਹੀ ਹੋ ਜਾਂਦੀ ਹੈ। ਜਾਂ ਪਰਮੇਸ਼ਰ ਦੇ ਨਾਮ ਸਿਮਰਨ ਆਨੰਦ ਤੋਂ ਊਣ ਖਾਲੀ ਬਗੈਰ ਹਿਰਦਾ ਝੋਰ ਰਿਹਾ ਸੀਗਾ। ਤੇ ਪਰ ਮਹਾਰਾਜ ਫਰਮਾਉਂਦੇ ਨੇ, ਗੁਰ ਸੱਜਣ ਜੀਉ ਤਰਾਇਆ। ਸੱਜਣ ਰੂਪ ਸਤਿਗੁਰੂ ਜੀ ਨੇ ਮੇਰੇ ਜੀਉ ਹਿਰਦੇ ਵਿੱਚ ਧੀਰਜਤਾ ਦੇ ਤਾਈਂ ਧਰਾਉਣਾ ਕੀਤਾ ਹੈ, ਜਾਂ ਹਿਰਦੇ ਵਿੱਚ ਵਾਹਿਗੁਰੂ ਨਾਮ ਧਰਾਉਣਾ ਕੀਤਾ ਹੈ। ਇਸੇ ਪ੍ਰਕਾਰ ਗੁਰ ਸੱਜਣ ਜੀਉ ਤਰਾਇਆ। ਗੁਰਾਂ ਨੇ ਉਪਦੇਸ਼ ਦੇ ਕੇ ਸੱਜਣ ਅਕਾਲ ਪੁਰਖ ਦੇ ਨਾਲ ਮਿਲਾ ਕੇ ਦਿਲ ਧਰਾ ਦਿੱਤਾ, ਦਿਲ ਲਗਾ ਦਿੱਤਾ ਹੈ। ਭਾਵ ਸਤਿਗੁਰਾਂ ਨੇ ਉਪਦੇਸ਼ ਦੁਆਰਾ ਸਮਝਾ ਦਿੱਤਾ ਹੈ ਕਿ ਪਰਮੇਸ਼ਰ ਹਰ ਵਕਤ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਤੇਰੇ ਅੰਗ ਸੰਗ ਹੈ। ਹਬੇ ਸੁਖ ਸੁਹੀ ਲੜਾ ਸੁਤਾ। ਲੋਕ ਪਰਲੋਕ ਦੇ ਜਾਂ ਜੀਵਨ ਮੁਕਤੀ ਜਾਂ ਮਦੇਹ ਮੁਕਤੀ ਆਦਿਕ ਸਾਰੇ ਸੁੱਖਾਂ ਨੂੰ ਪਾ ਕੇ ਅਤੇ ਬ੍ਰਹਮਾਨੰਦ ਰੂਪ ਸੁਖ ਦੇ ਸਹਿਤ ਸੁਹੇਲੜਾ ਸੁਖੀ ਹੋ ਕੇ ਨਿਰਵਿਕਲਪ ਸਮਾਧੀ ਵਿੱਚ ਸੌਣਾ ਭਾਗ ਰਾਜਣਾ ਕੀਤਾ ਹੈ। ਜਿਤਾ ਜਗ ਸਬਾਇਆ। ਅਤੇ ਇਹ ਅਨੁਭਵ ਕੀਤਾ ਹੈ ਕਿ ਸਾਰਾ ਜਗ ਸੰਸਾਰ ਅਸਾਂ ਨੇ ਆਪਦੇ ਘਰ ਬੈਠਿਆਂ ਹੀ ਜਿੱਤ ਲਿਆ ਹੈ। ਪੌੜੀ ਕਿਉਂਕਿ ਮਨ ਜੀਤੈ ਜਗ ਜੀਤ। ਜਦ ਸ਼ਬਦ ਵਿੱਚ ਮਨ ਟਿਕੀ ਗਿਆ ਹੈ ਤਾਂ ਸਾਰੇ ਸੁੱਖ ਆ ਕੇ ਪ੍ਰਾਪਤ ਹੋ ਗਏ, ਕਿਤੇ ਭਟਕਣ ਦੀ ਲੋੜ ਹੀ ਨਹੀਂ ਪਈ। ਸੋ ਮਨ ਜਦ ਕੀਰਤਨ ਦੀ ਡਿਊਟੀ ਸਮਾਪਤ ਕਰਦੇ ਨੇ ਤਾਂ ਇਹ ਪੌੜੀ ਸਾਧ ਸੰਗਤ ਜੀ ਉਹ ਪੜ੍ਹ ਕੇ ਸੰਗਤ ਨੂੰ ਸਰਵਣ ਕਰਾਉਂਦੇ ਹਨ। ਹੇ ਪਰਮੇਸ਼ਰ, ਤੇਰਾ ਜੋ ਸਾਧ ਸੰਗਤ ਰੂਪ ਦਰਬਾਰ ਹੈ ਉਹ ਵੀ ਵੱਡਾ ਹੈ, ਵੱਡੀਓ ਵੱਡਾ ਪਾਰ ਤੇਰਾ ਮਰਤਬਾ। ਰੰਗ ਬਿਰੰਗੇ ਅਨੇਕ ਨਾ ਜਾਪਣ ਕਰਤਬਾ। ਜੀ ਅੰਦਰ ਜੀਓ ਸਭ ਕੁਝ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹਤਾ ਤੇਜ ਆਪਣਾ ਆਪ ਜਾਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸ ਅੰਦਾਸ ਤੁਧ ਆਗੇ ਬਿਨ ਮਤਾ। ਨਾਨਕ ਦਾਸ ਅੰਦਾਸ ਤੁਧ ਆਗੇ ਬਿਨ ਮਤਾ। ਸ਼ਲੋਕ ਪਵਨ ਗੁਰੂ ਇਹ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਨੇ। ਕਿਉਂਕਿ ਕੌਣ ਵੱਡਾ, ਮਾਇਆ ਵਡਿਆਈ। ਦੁਨੀਆ ਦੀਆਂ ਅੱਖਾਂ ਦੇ ਵਿੱਚ ਕੌਣ ਵੱਡਾ ਹੈ? ਜਿਹੜਾ ਰੁਪਈਆ 5, 7, 10 ਲੱਖ ਗੁਰਦੁਆਰੇ ਨੂੰ ਦੇਵੇ ਉਹਨੂੰ ਕਹਿੰਦੇ ਵੀ ਤੈਨੂੰ ਪ੍ਰਧਾਨ ਬਣਾ ਦਿੰਦੇ। ਮਾਇਆ ਪ੍ਰਧਾਨ ਹੈ, ਬੰਦਾ ਪ੍ਰਧਾਨ ਨਹੀਂ ਹੈ।
ਕਿਤੇ ਸਭਾ ਸੁਸਾਇਟੀ ਨੂੰ ਤੁਸੀਂ ਡੋਨੇਸ਼ਨ ਦਿਓ, ਪੈਸੇ ਦੇ ਕੇ ਪ੍ਰਧਾਨਗੀ ਲੈ ਲਓ। ਕਿਸੇ ਵੀ ਪਾਰਟੀ ਨੂੰ ਤੁਸੀਂ ਲੱਖ 2 ਲੱਖ ਰੁਪਈਆ ਦਿਓ, ਖਾਸ ਕਰਕੇ ਵੋਟਾਂ ਦੇ ਵਿੱਚ, ਤੇ ਫਲਾਣੀ ਮਹਾਸਭਾ, ਫਲਾਣਾ ਸਮਾਜ, ਜਾਤਾਂ ਪਾਤਾਂ ਦੇ ਨਾਮ ਤੇ ਜੱਟ ਮਹਾਸਭਾ ਤੇ ਰਵਿਦਾਸੀਆ ਸਮਾਜ ਜਾਂ ਕੁਛ ਵੀ ਲਾ ਲਓ, ਉਹਦੇ ਪ੍ਰਧਾਨ ਬਣ ਜਾਓ। ਕਿਸੇ ਵੀ ਪਾਰਟੀ ਵੱਲੋਂ ਪੈਸਾ ਪ੍ਰਧਾਨ ਹੈ। ਦੁਨੀਆ ਦੇ ਵਿੱਚ ਤਾਂ ਪੈਸਾ ਪ੍ਰਧਾਨ ਹੈ, ਤੇ ਸਾਡੇ ਲਈ ਕੌਣ ਵੱਡਾ? ਮਾਇਆ ਵਡਿਆਈ ਨਹੀਂ ਹੈ। ਮਹਾਰਾਜ ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਕਿਉਂਕਿ ਜਿੱਡਾ ਵੱਡਾ ਮਾਲਕ ਹੋਵੇ ਓਡਾ ਵੱਡਾ ਹੀ ਬੰਦਾ ਬਣ ਜਾਂਦਾ। ਜਿੰਨੀ ਵੱਡੀ ਪਾਰਟੀ ਹੈ, ਬੰਦਾ ਉਹਦੇ ਨਾਲ ਜੁੜ ਗਿਆ ਤੇ ਉਹਦੇ ਵਰਗੀ ਸਟਰੈਂਥ ਬਣ ਗਈ, ਸਟਰੋਂਗ ਹੋ ਗਿਆ ਪਾਰਟੀ ਦੇ ਨਾਲ ਹੀ, ਸਮਾਜ ਦੇ ਨਾਲ ਹੀ। ਜਿਹਦੇ ਨਾਲ ਜੁੜਿਆ ਉਹਦੇ ਵਰਗਾ ਹੋ ਗਿਆ। ਜਿਹੜੀ ਵੇਲ ਹੈ, ਜਿੰਨੀ ਉੱਚੇ ਦਰਖਤ ਨਾਲ ਜੁੜੇਗੀ ਉਨੀ ਉੱਚੀ ਚੜ੍ਹ ਜਾਊਗੀ। ਤੋ ਇਸੇ ਪ੍ਰਕਾਰ ਸਾਡਾ ਸਾਹਿਬ ਵੱਡਾ ਹੈ, ਮਾਲਕ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੇ ਮੇਰੇ ਦਾੜੀ ਮੁਸ਼ਕ ਕੋਈ ਨਹੀਂ ਸੀ, ਉਮਰ ਵੀ ਛੋਟੀ, ਇੰਨਾ ਡਰ ਲੱਗੇ ਵੀ ਮਹਾਰਾਜ ਦਾ ਤਖਤ ਏਡਾ ਵੱਡਾ। ਤੇ ਪਾਠ ਕਰਦਿਆਂ ਨੂੰ ਤਾਂ ਕਾਫੀ ਟਾਈਮ ਹੋ ਗਿਆ, ਪਰ ਮਹਾਰਾਜ ਦੀ ਹਜ਼ੂਰੀ ਨਹੀਂ ਸੀ ਬੈਠੇ। ਕੋਈ ਸੇਵਾਦਾਰ ਭਾਂਡੇ ਧੋ ਰਿਹਾ ਸੀ, ਤੇ ਮੈਂ ਕਿਹਾ ਵੀ ਮਹਾਰਾਜ ਦੀ ਹਜ਼ੂਰੀ 'ਚ ਮੈਂ ਬੈਠ ਜਾਵਾਂ। ਕਹਿੰਦੇ ਲੈ ਮੈਨੂੰ ਪੁੱਛਣ ਦੀ ਕੀ ਲੋੜ ਹੈ, ਮੈਂ ਤਾਂ ਆਪ ਭਾਂਡੇ ਮਾਂਜਦਾ, ਮੈਨੂੰ ਤਾਂ ਆਪ ਪਾਠ ਨਹੀਂ ਆਉਂਦਾ। ਜੇ ਤੈਨੂੰ ਪਾਠ ਆਉਂਦਾ ਤਾਂ ਤੂੰ ਬਹਿ ਜਾ। ਮੈਂ ਕਿਹਾ ਨਹੀਂ, ਡਰ ਲੱਗਦਾ। ਮੈਂ ਤਾਂ ਤੈਨੂੰ ਪੁੱਛਿਆ ਵੀ ਤੂੰ ਮਹਾਰਾਜ ਦਾ ਸੇਵਾਦਾਰ। ਕਹਿੰਦੇ ਕੋਈ ਨਹੀਂ, ਬੈਠ ਜਾ, ਮੂੰਹ ਹੱਥ ਧੋ ਤੇ ਬਹਿ ਜਾ। ਤੋ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਬੈਠੇ ਹਾਂ। ਤੁਸੀਂ ਭਾਵੇਂ ਬੈਠ ਕੇ ਵੇਖ ਲਓ, ਬੜੀਆਂ ਹੀ ਉੱਚੀਆਂ ਤੇ ਬੜੀਆਂ ਹੀ ਸੁੱਚੀਆਂ ਫੀਲਿੰਗਸ ਆਉਂਦੀਆਂ ਨੇ। ਮਤਲਬ ਸਾਹਿਬਾਂ ਦੀ ਹਜ਼ੂਰੀ 'ਚ ਬੈਠਿਆ ਹੋਇਆਂ ਐਸੀ ਫੀਲਿੰਗ ਵੀ ਆਉਂਦੀ ਹੈ ਵੀ ਅਸੀਂ ਇਸ ਦੇ ਯੋਗ ਨਹੀਂ ਸੀਗੇ, ਤੇ ਪਤਾ ਨਹੀਂ ਮਹਾਰਾਜ ਨੂੰ ਪਸੰਦ ਕਿਵੇਂ ਆ ਗਏ। ਨਾ ਮੈਂ ਰੂਪ, ਨਾ ਬੰਕੇ ਨੈਣਾ, ਨਾ ਕੁਲ ਢੰਗ, ਨਾ ਮੀਠੇ ਬਹਿਣਾ। ਕਈਆਂ ਦੀ ਤਾਂ ਕੁੱਲ ਵੀ ਉੱਚੀ ਹੁੰਦੀ ਹੈ ਨਾ, ਜਿਸ ਤਰ੍ਹਾਂ ਬਾਹਮਣ ਗੁਰੂ ਹੈ ਜਗਤ ਦਾ, ਸਾਡੀ ਕੁੱਲ ਵੀ ਕੋਈ ਐਸੀ ਉੱਚੀ ਨਹੀਂ। ਉਹ ਟੱਬ ਕਿਉਂ ਰੱਖਿਆ ਸਾਹਮਣੇ? ਉਹ ਸਾਹਮਣੇ ਏਡੀ ਸੋਹਣੀ। ਨਾ ਤਾਂ ਸਾਡੀ ਕੋਈ ਉੱਚੀ ਕੁੱਲ ਹੈ, ਨਾ ਕੋਈ ਸਾਡਾ ਢੰਗ ਤਰੀਕਾ ਹੈ, ਕੋਈ ਆਉਣ ਦਾ, ਕੋਈ ਜਾਣ ਦਾ, ਕੋਈ ਬੋਲਣ ਦਾ, ਕਿਸੇ ਵੀ ਕਿਸਮ ਨਾਲ। ਤੇ ਸਾਡਾ ਕੋਈ ਤੌਰ ਤਰੀਕਾ ਸਹੀ ਹੋਈ ਨਹੀਂ ਹੈ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਗਰਮੀ ਨੇ ਛੁੱਟੀਆਂ ਸਾਈਕਲ ਫੜਨਾ, ਪਿੰਡ ਦੀਆਂ ਨਿਆਈਆਂ 'ਚ ਤੁਰੇ ਫਿਰਨਾ, ਗੰਦ ਮੰਦ ਜ਼ਰੂਰੀਆਂ ਤੇ ਮਾਫ਼ ਕਰਨਾ, ਇਹੀ ਕੁਛ ਕਰਦੇ ਨੇ ਬੱਚੇ ਸਾਡੇ। ਕੀ ਕਰਦੇ ਨੇ? ਮਾਵਾਂ ਫੜ ਅੰਦਰ ਵਾੜਦੀਆਂ ਵੀ ਘੜੀ ਸੌਂ ਹੀ ਲਓ, ਹੋਰ ਨਹੀਂ ਕੁਛ ਕਰਨਾ। ਧੁੱਪੇ ਤੁਰੇ ਫਿਰਦੇ ਰਹਿਣਾ, ਟਾਈਮ ਵੀ ਬਰਬਾਦ, ਸਰੀਰ ਵੀ ਬਰਬਾਦ। ਬੁਰੀ ਸੰਗਤ 'ਚ ਪੈ ਕੇ, ਬੁਰੀ ਸੰਗਤ ਦੀ ਕਿਰਪਾ ਨਾਲ ਹੀ ਨਿਆਣੇ ਸਾਡੇ ਸ਼ਰਾਬੀ ਕਬਾਬੀ ਕਿਸ ਨੂੰ ਕਟਾ ਕੇ ਮਾਂ ਪਿਓ ਤੋਂ ਮੁਨਕਰ ਬਾਗੀ ਹੋ ਜਾਂਦੇ। ਤੋ ਕਿੰਨਾ ਸੋਹਣਾ ਹੋਵੇ ਜੇ ਗੁਰੂ ਘਰ ਆ ਕੇ ਕਿਸੇ ਸਿਆਣੇ ਸਿੰਘ ਨੂੰ ਬੇਨਤੀ ਕਰਕੇ ਜਪਜੀ ਸਾਹਿਬ ਪੜ੍ਹਿਆ ਜਾਏ, ਕੋਈ ਗੁਰਬਾਣੀ ਦੀ ਸੰਥਿਆ ਕੀਤੀ ਜਾਏ। ਤੇ ਇਸ ਲਈ ਹੇ ਮਹਾਰਾਜ, ਅਸੀਂ ਰੁਲਦੇ ਫਿਰਦੇ ਸੀ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ, ਧੱਕੇ ਖਾਂਦੇ ਫਿਰਦੇ ਸੀ। ਸਾਨੂੰ ਕੋਈ ਖਲੋਣ ਬਹਿਣ ਦੀ ਜਗ੍ਹਾ ਨਹੀਂ ਸੀ, ਸਾਡਾ ਕਿਤੇ ਗੁਜ਼ਾਰਾ ਨਹੀਂ ਸੀ ਚੱਲਦਾ। ਜਦੋਂ ਦੇ ਤੇਰੇ ਚਰਨਾਂ ਵਿੱਚ, ਤੇਰੇ ਵੱਡੇ ਦਰਬਾਰ 'ਚ ਆਏ ਆ, ਤੇ ਉਦੋਂ ਦਾ ਜਿਹੜਾ ਮਨ ਹੈ ਬੜਾ ਸੰਤੁਸ਼ਟ ਹੈ। ਕਿਉਂਕਿ ਜੇ ਕੁਛ ਵੀ ਨਹੀਂ ਗਾ, ਮਾਲਕ ਤਾਂ ਵੱਡਾ ਹੈ ਨਾ ਸਾਡਾ। ਇਹਨਾਂ ਦਾ ਹੌਸਲਾ ਮਰਦਾਨੇ ਨੂੰ ਮਹਾਰਾਜ ਨੇ ਆਖਿਆ ਸੀਗਾ ਵੀ ਜਿੱਦਣ ਮਰੂੰਗਾ ਆਪਦੀ ਮੌਤੇ ਮਰੂੰਗਾ, ਭੁੱਖਾ ਨਹੀਂ ਮੈਂ ਮਰਨ ਦਿੰਦਾ। ਜੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਰਹਿ ਕੇ ਬੰਦਾ ਭੁੱਖਾ ਮਰ ਗਿਆ ਤੇ ਫਿਰ ਦੁਨੀਆ ਦਾ ਕੀ ਬਣੂਗਾ?
ਮਹਾਰਾਜ ਤਾਂ ਸਾਰੀ ਦੁਨੀਆ ਨੂੰ ਰੋਟੀ ਖਵਾਉਂਦੇ ਨੇ। ਜੇ ਹੋਰ ਨਹੀਂ, ਬੰਦਾ ਭੁੱਖਾ ਤਾਂ ਨਹੀਂ ਨਾ ਮਰੂਗਾ। ਮਾਲਕ ਜੋ ਵੱਡਾ ਹੈ, ਉਹਦਾ ਦਰਬਾਰ ਵੱਡਾ ਹੈ। ਜਿਸ ਦਾ ਮਾਲਕ ਵੱਡਾ ਸ਼ਹਿਨशाह ਹੈ, ਉਹਨੂੰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ। ਤੋ ਇਸ ਲਈ ਪੰਜਵੇਂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਜਾਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਸ ਦਾ ਮਾਲਕ ਉੱਚਾ ਹੋਵੇ, ਦਰਬਾਰ ਏਡਾ ਵੱਡਾ ਛੱਡ ਕੇ ਤੇ ਨਿੱਕੀਆਂ ਨਿੱਕੀਆਂ ਛਬੜੀਆਂ ਦੇ ਸਮੁੰਦਰ ਛੱਡ ਕੇ ਬੰਦਾ ਤੁਰਿਆ ਫਿਰੇ, ਕਬਰਾਂ ਨੂੰ ਮੱਥੇ ਮਾਰੇ, ਜਿੱਥੇ ਨਾ ਕੋਈ ਕਮਰਾ, ਨਾ ਕੋਈ ਨਲਕਾ, ਨਾ ਟੂਟੀ, ਨਾ ਗੱਲ, ਨਾ ਬਾਹਰ, ਨਾ ਬਹਿਣ ਦੀ ਜਗ੍ਹਾ, ਨਾ ਖਲੋਣ ਦੀ ਜਗ੍ਹਾ, ਤੰਬੂ ਜੇ ਲਾਏ ਹੋਏ ਨੇ। ਕੋਈ ਚੰਗਾ ਲੱਗੂਗਾ ਬੰਦਾ ਉੱਥੇ ਏਡਾ ਵੱਡਾ ਸੋਹਣਾ ਦਰਬਾਰ ਛੱਡ ਕੇ? ਤੇ ਇਸ ਵਾਸਤੇ ਇਸ ਘਰ ਮੇਂ ਹੈ ਸੋ ਤੂੰ ਢੂੰਡ ਖਾਹੇ। ਜਦ ਆਪਦੀ ਕੋਈ ਕੋਠੀ ਨਾ ਹੋਵੇ, ਕਾਰ ਨਾ ਹੋਵੇ, ਫਿਰ ਵੀ ਬੰਦਾ ਕਹੇ ਕਿ ਦੂਜੇ ਨੂੰ ਇਹਨੇ ਮਾਲਕ ਬਣਾ ਲਿਆ। ਜਦ ਰੱਬ ਨੇ ਸਭ ਕੁਝ ਦਿੱਤਾ ਹੋਇਆ ਹੈ, ਫਿਰ ਆਪਾਂ ਕਿਉਂ ਬਾਹਰ ਨੂੰ ਭੱਜਦੇ ਹਾਂ? ਏਡੇ ਵੱਡੇ ਮਾਲਕ, ਏਡੇ ਵੱਡੇ ਦਰਬਾਰ ਨੂੰ ਛੱਡ ਕੇ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ। ਪੌੜੀ ਪੌੜੀ ਉਚਾਰਨ ਕਰ ਰਹੇ ਨੇ। ਵੱਡਾ ਤੇਰਾ ਦਰਬਾਰ, ਆ ਜੋ ਸਾਧ ਸੰਗਤ ਰੂਪ ਦਰਬਾਰ ਹੈ, ਹੇ ਵਾਹਿਗੁਰੂ ਤੇਰਾ ਬਹੁਤ ਵੱਡਾ ਦਰਬਾਰ ਹੈ। ਔਰ ਜਿੰਨੇ ਵੀ ਇੱਥੇ ਬੈਠਦੇ ਨੇ ਉਹ ਸਾਰੇ ਅਮੀਰ ਘਰਾਣਿਆਂ ਦੇ ਹਨ। ਗਰੀਬ ਬੰਦੇ ਦਾ ਇੱਥੇ ਕੰਮ ਕੋਈ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹਿ ਖੂਬ ਵਚਨ ਗਹਿ ਭਾਈ, ਊਹਾ ਖੈਰ ਸਦਾ ਮੇਰੇ ਭਾਈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੁਆਹੀ। ਆਪਾ ਦਾਨ ਸਦਾ ਮਸ਼ਹੂਰ, ਊਹਾ ਗਨੀ ਬਸੇ ਮਾਮੂਰ। ਤਿਉਂ ਤਿਉਂ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੇ। ਕਹੋ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਮੇਰਾ ਪ੍ਰਕਰਨ ਹੈ ਸ਼ਾਹੂਕਾਰ, ਊਹਾ ਗਨੀ ਬਸੇ ਮਾਮੂਰ। ਗੁਰਦੁਆਰੇ ਗਰੀਬ ਬੰਦੇ ਦਾ ਕੋਈ ਕੰਮ ਨਹੀਂ, ਇੱਥੇ ਸਾਰੇ ਅਮੀਰ ਆਉਂਦੇ ਨੇ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਸ਼ਰਧਾ ਰੂਪੀ ਪੂੰਜੀ ਹੈ, ਸਤ ਸੰਤੋਖ ਆਦਿਕ ਸ਼ੁਭ ਗੁਣਾ ਰੂਪੀ ਭੰਡਾਰਾ ਹਿਰਦਾ ਭਰਿਆ ਹੋਇਆ ਹੈ। ਉਹੀ ਗੁਰਮੁਖ ਚੰਗੇ ਪਾਸੇ ਲੱਗਦੇ ਨੇ। ਤੋ ਇਸ ਲਈ ਮਹਾਰਾਜ ਕਹਿੰਦੇ, ਜਿਨ ਕੈ ਪੱਲੇ ਧਨ ਮਸੈ, ਤਿਨ ਕਾ ਨਾਉ ਫਕੀਰ। ਜਿਨ ਕੈ ਹਿਰਦੈ ਤੂੰ ਮਸੈ, ਤੇ ਨਰ ਗੁਣੀ ਗਹੀਰ। ਜੇ ਦਰਬਾਰ ਵੱਡਾ ਹੈ ਤੇ ਜਿਹੜੇ ਉਹਦੇ ਵਿੱਚ ਬੈਠਦੇ ਨੇ, ਜੇ ਨਹੀਂ ਵੱਡੇ ਤੇ ਮਹਾਰਾਜ ਵੱਡੇ ਬਣਾ ਦਿੰਦਾ, ਉਹ ਸ਼ਾਹੂਕਾਰ ਬਣ ਜਾਂਦੇ ਨੇ। ਸੂਹੀ ਮਹੱਲਾ ਪੰਜਵਾ। ਭਾਗ ਠੜੇ ਹਰ ਸੰਤ ਤੁਮਹਾਰੇ, ਜਿਨ ਘਰ ਧਨ ਹਰ ਨਾਮਾ। ਪਰਵਾਨ ਗਣੀ ਸੇਈ ਆਏ, ਸਫਲਤ ਨ ਗੇ ਕਾਮਾ। ਮੇਰੇ ਰਾਮ ਹਰ ਜਨ ਕੈ ਹੂੰ ਬਲ ਜਾਈ। ਕੇਸਾਂ ਗਾਗਰ ਚਬਰ ਢੁਲਾਵਾ, ਚਰਨ ਧੂੜ ਮੁਖ ਲਾਈ। ਕੈਪਟਨ ਹਰਚਰਨ ਸਿੰਘ ਜੀ ਰੋਡੇ, ਵੱਡੇ ਭਰਾਤਾ ਮਹਾਂਪੁਰਖ ਦਮਦਮੀ ਟਕਸਾਲ ਦੀ 14ਵੀਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਇੱਥੇ ਗ੍ਰੇਸ਼ੀਅਨ ਹੌਸਪੀਟਲ ਆਉਂਦੇ। ਇੱਥੇ ਵੀ ਉਹਨਾਂ ਦੇ ਕੋਲ ਬੈਠਣ ਦਾ ਮੌਕਾ ਮਿਲਦਾ, ਕਿਤੇ ਵੀ ਉਹਨਾਂ ਦੇ ਪਿੰਡ ਵੀ। ਸਾਲ ਬਾਅਦ ਮਹੰਤ ਕਿਰਪਾਲ ਸਿੰਘ ਜੀ ਗੁਰਦੁਆਰੇ ਦੀਵਾਨ ਲਾਉਣ ਜਾਈਦਾ, ਉਦੋਂ ਵੀ ਬੈਠਦੇ। ਤੇ ਉਹ ਵੀ ਬਹੁਤ ਪਿਆਰ ਵਾਲੇ, ਬੜੇ ਮਿਲਾਪੜੇ ਸੁਭਾਅ ਵਾਲੇ ਮੇਰਾ ਸੁਭਾਅ ਹੈ। ਤੇ ਕਹਿਣਾ ਕੋਈ ਬਚਨ ਸੁਣਾਓ। ਕਹਿੰਦੇ ਜਦ ਮੈਂ ਫੌਜ ਦੀ ਨੌਕਰੀ ਦੇ ਵਿੱਚ ਸਿਲੈਕਟ ਹੋਇਆ, ਹੌਲੀ ਹੌਲੀ ਕੈਪਟਨ ਬਣ ਗਿਆ, ਤੇ ਸੋਚਣਾ ਵੀ ਆ ਜਰਨੈਲ ਸੋਂ ਨਾ ਤੇ ਪੜ੍ਹਿਆ ਲਿਖਿਆ, ਨਾ ਇਹ ਕੋਈ ਕੰਮ ਕਰਦਾ ਹੈ, ਤੇ ਇਹਦਾ ਬਣੂਗਾ ਕੀ। ਕਹਿਣਾ ਜਰਨੈਲ ਸਿੰਘ ਜੀ, ਇਹ ਭਾਈ ਸਾਹਿਬ ਜੀ ਵੇਖ, ਮੈਂ ਪੜ੍ਹ ਲਿਖ ਕੇ ਤੇ ਫੌਜ ਦੀ ਨੌਕਰੀ ਦੇ ਵਿੱਚ, ਸਰਕਾਰੀ ਨੌਕਰੀ ਦੇ ਲੱਗ ਗਿਆ। ਵੇਖ ਕਿੰਨੀ ਮੇਰੀ ਤਨਖਾਹ ਹੈ, ਕਿਆ ਸੋਹਣਾ ਗੁਜ਼ਾਰਾ ਚੱਲਦਾ। ਤੇ ਮਹਾਰਾਜ ਨੇ ਕੈਪਟਨ ਨੂੰ ਹੀ ਬਣਾ ਦਿੱਤਾ। ਤੇ
ਤੁਸੀਂ ਦੱਸੋ ਵੀ ਤੁਹਾਡੀ ਕਮਾਈ ਕੀ ਆ। ਹੁਣ ਜਿਸ ਬੰਦੇ ਨੇ 700-800 ਰੁਪਈਆ, ਅੱਜ ਕੱਲ੍ਹ ਮਿਸਤਰੀ ਮਜ਼ਦੂਰ ਦੀ ਵੀ ਦਿਹਾੜੀ ਹੈ, ਆ ਜਿਹੜੇ ਲੇਬਰ ਵਾਲੇ ਨੇ ਨਾ, 700 ਰੁਪਈਆ ਦਿਹਾੜੀ ਤਾਂ ਹਰੇਕ ਬੰਦੇ ਦੀ ਹੈ, ਨਹੀਂ ਤਾਂ 500 ਤੋਂ ਤਾਂ ਕੋਈ ਡਿੱਗਦਾ ਨਹੀਂ। ਤੇ ਜੇ ਕੋਈ ਪੁੱਛਣ ਵਾਲਾ ਪੁੱਛੇ ਵੀ ਤੁਹਾਡੀ ਦਿਹਾੜੀ ਕੀ ਆ, 50 ਰੁਪਈਏ, 100 ਰੁਪਈਏ, 150 ਜਾਂ 200, ਪੁੱਛਣ ਵਾਲੇ ਨੂੰ ਸੰਗ ਨਹੀਂ ਆਉਂਦੀ। ਦੱਸਣ ਲੱਗਿਆ ਬੰਦਾ ਥੋੜ੍ਹਾ ਜਿਹਾ ਸੋਚਦਾ ਵੀ ਇਹਨੂੰ ਕੀ ਦੱਸੀਏ, ਕਿਉਂਕਿ ਦੱਸਣ ਵਾਲੀ ਗੱਲ ਹੀ ਨਹੀਂ ਹੈ। ਤੋ ਦੁਨਿਆਵੀ ਪੁਰਖੇ ਸਵਾਲ ਕਰਦੇ ਨੇ, ਭਾਵੇਂ ਸਕਾ ਪਿਓ ਵੀ ਕਿਉਂ ਨਾ ਹੋਵੇ, ਵੀ ਦੱਸ ਤੇਰੀ ਦਿਹਾੜੀ ਕਿੰਨੀ ਹੈ। ਕਹਿਣ ਤੋਂ ਭਾਵ ਵੀ ਇਹ ਜੋ ਮਹਿਕਮਾ ਹੈ ਇਹ ਆਮ ਲੋਕਾਂ ਦੀ ਨਿਗਾਹ 'ਚ ਵਿਹਲਿਆਂ ਦਾ ਹੈ ਤੇ ਨਿਕੰਮਿਆਂ ਦਾ ਹੈ। ਕਹਿੰਦੇ ਨੇ ਵੀ ਬਾਬਾ ਜੀ ਇਹ ਸਾਡਾ ਮੁੰਡਾ ਸਾਡੇ ਆਖੇ ਨਹੀਂ ਲੱਗਦਾ, ਕੋਈ ਕੰਮ ਕਾਰ ਨਹੀਂ ਕਰਦਾ, ਇਹਨੂੰ ਗੁਰਦੁਆਰੇ ਲੈ ਜਾਓ। ਪਰ ਵਾਹਿਗੁਰੂ ਦੀ ਕਿਰਪਾ ਜਿਹਦੇ ਤੇ ਹੋ ਜਾਏ, ਜੋ ਪ੍ਰਾਣੀ ਕਾਹੂ ਨਾ ਆਵਦ ਕਾਮ, ਸੰਤ ਪ੍ਰਸਾਦ ਤਾਂ ਕੋ ਜਪੀਆ ਨਾਮ। ਜਿਹੜਾ ਕੰਮ ਇੱਥੋਂ ਦਾ ਹੈ ਕੋਈ ਆਮ ਦੁਨਿਆਵੀ ਪੁਰਸ਼ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠਣਾ, ਗੁਰਬਾਣੀ ਦਾ ਨਿਤਨੇਮ ਕਰਨਾ, ਸ੍ਰੀ ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ, ਗੁਰਬਾਣੀ ਦਾ ਜਾਪ ਜਪਣਾ। ਸੋ ਵਾਹਿਗੁਰੂ ਨਾਮ ਦੇ ਚਿੱਤ ਦੀ ਬਿਰਤੀ ਨੂੰ ਲਾਉਣਾ, ਘੰਟਿਆਂ ਬੰਦੀ ਚੌਂਕੜਾ ਮਾਰ ਕੇ ਬੈਠੇ ਰਹਿਣਾ। ਪਰ ਆਮ ਦੁਨਿਆਵੀ ਪੁਰਸ਼ ਦੀ ਨਿਗਾਹ 'ਚ ਕੋਈ ਕੰਮ ਨਹੀਂ। ਕਹਿੰਦੇ ਦੱਸ ਤੇਰੀ ਕਮਾਈ ਕੀ ਹੈ। ਤੇ ਮਹਾਂਪੁਰਖ ਜਦ ਸੰਤ ਬਣੇ ਤੇ ਜਿੱਥੇ ਵੀ ਉਹਨਾਂ ਕਥਾ ਕਰਨੀ, ਪ੍ਰਚਾਰ ਕਰਨਾ, ਸੰਗਤਾਂ ਦਾ ਹੜ੍ਹ ਆ ਜਾਣਾ। ਇੱਕ ਵਾਰ ਅੰਮ੍ਰਿਤਸਰ ਸਾਹਿਬ ਕੈਪਟਨ ਸਾਹਿਬ ਕਹਿੰਦੇ ਕਿ ਮੈਂ ਦਰਸ਼ਨ ਕਰਨ ਲਈ ਗਿਆ। ਜਦੋਂ ਸੰਤ ਬਣੇ ਉਦੋਂ ਕਹਿੰਦੇ ਮੈਂ ਖੜਾ ਸੋਚਾਂ ਵੀ ਇਹ ਸਪੀਕਰ 'ਚ ਬੋਲੂਗਾ ਕੀ। ਪੜ੍ਹਿਆ ਲਿਖਿਆ ਤਾਂ ਹੈ ਨਹੀਂ, ਵੀ ਸੰਤ ਦਾ ਸਿੰਘਾਂ ਨੇ ਬਣਾਤਾ, ਚੱਲ ਨਾਮ ਜਪਿਆ, ਵੀ ਬੋਲੂਗਾ ਕੀ। ਪਰ ਜਦ ਕਥਾ ਸੁਣੀ ਰੌਂਗਟੇ ਖੜੇ ਹੋ ਗਏ, ਰੱਤੀ ਪਰ ਵੀ ਜ਼ੁਬਾਨ ਨਹੀਂ ਥੜਕੀ। ਇੰਨਾ ਉਹਨਾਂ ਦੀ ਰਸਨਾ ਦੇ ਵਿੱਚ ਬਲ ਸੀਗਾ, ਲੜੀ ਟੁੱਟਣ ਨਹੀਂ ਸਨ ਦਿੰਦੇ। ਦੁਨਿਆਵੀ ਗੱਲਾਂ ਦੇ ਵਿੱਚ ਕੋਈ ਇੰਟਰਵਿਊ ਵਾਲਾ ਆ ਜਾਂਦਾ, ਉਹ ਹਾਰ ਕੇ 5 ਮਿੰਟਾਂ 'ਚ ਹੀ ਆਉਂਦਾ ਘਰ ਪੂਰਾ ਕਰ ਦਿੰਦੇ, ਬਹੁਤਾ ਲੰਮਾ ਚੌੜਾ ਨਹੀਂ। ਤੋ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਨੋਟਾਂ ਦਾ ਵੱਡਾ ਸਾਰਾ ਢੇਰ ਲੱਗਾ ਹੋਇਆ ਸੀਗਾ। ਕੈਪਟਨ ਸਾਹਿਬ ਕਹਿੰਦੇ ਜਦ ਮੈਂ ਦਰਸ਼ਨ ਕਰਨ ਗਿਆ, ਜਾ ਕੇ ਸੰਗਤ 'ਚ ਨਮਸਕਾਰ ਕੀਤੀ, ਕਹਿੰਦੇ ਆਓ ਕੈਪਟਨ ਸਾਹਿਬ ਜੀ ਉਹ ਆਇਆ ਨੂੰ। ਉਹਨਾਂ ਦਾ ਚੇਤਾ ਬੜਾ ਸੀਗਾ। ਕਹਿੰਦੇ ਕੈਪਟਨ ਸਾਹਿਬ ਤੁਸੀਂ ਮੈਨੂੰ ਸਵਾਲ ਕੀਤਾ ਸੀਗਾ ਵੀ ਤੇਰੀ ਦਿਹਾੜੀ ਕਿੰਨੀ ਹੈ, ਹੁਣ ਤੂੰ ਦੱਸ ਵੀ ਤੇਰੀ ਮਹੀਨੇ ਦੀ ਤਨਖਾਹ ਕਿੰਨੀ ਹੈ। ਦੱਸ ਕਿੰਨੀ ਆ ਤਨਖਾਹ, ਤੇ ਆ ਪੈਸੇ ਗਿਣ ਲਾ, ਜਿੰਨੀ ਤੇਰੀ ਮਹੀਨੇ ਦੀ ਤਨਖਾਹ ਓਨੀ ਆ ਹੁਣ ਨਿਕਲੂਗੀ, ਜੇ ਘੱਟ ਹੋਇਆ ਤਾਂ ਦੱਸੀ। ਇੱਕ ਦਿਨ ਦੀ ਇਹ ਵੇਖ ਲੈ ਕਿੰਨੀ ਮਾਇਆ ਹੈ। ਇਹ ਗੁਰੂ ਘਰ ਦੀ ਨੌਕਰੀ ਹੈ ਤੇ ਮਹਾਰਾਜ ਦਾ ਬਚਨ ਹੈ, ਰਿੱਧ ਸਿੱਧ ਨਾਮ ਹੈ ਕੀ ਦਾਸੀ। ਰਿੱਧੀਆਂ ਤੇ ਸਿੱਧੀਆਂ ਮਹਾਰਾਜ ਦੇ ਨਾਮ ਦੀਆਂ ਦਾਸੀਆਂ ਨੇ। ਸੋ ਜਿਹੜਾ ਚਿੱਤ ਲਾ ਕੇ ਸਿਮਰਨ ਕਰਦਾ, ਗੁਰਬਾਣੀ ਦਾ ਪਾਠ ਪੂਜਨ ਕਰਦਾ, ਸੰਗਤਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੰਦੀਆਂ, ਤੇ ਉਹ ਵੀ ਰੱਬ ਦੇ ਪਿਆਰ ਵਾਲੇ ਸੰਗਤਾਂ ਦੇ ਵਿੱਚ ਵਰਤਦੇ ਨੇ। ਤੋ ਇਸ ਵਾਸਤੇ ਇਹ ਮਹਾਰਾਜ ਜਿਹੜਾ ਤੇਰਾ ਦਰਬਾਰ ਹੈ, ਦੁਨੀਆ ਦੇ ਦਰਬਾਰਾਂ ਨੇ ਤੇਰੇ ਦਰਬਾਰ ਦੀ ਕੀ ਬਰਾਬਰੀ ਕਰ ਲੈਣੀ ਹੋਈ। ਨਿਹੰਗ ਸਿੰਘ ਦੀ ਬੋਝੀ 'ਚ ਭਾਵੇਂ ਰੁਪਈਆ ਨਾ ਹੋਵੇ, ਪਰ ਫਿਰ ਵੀ ਵੇਖੋ ਜਕਾਰੇ ਛੱਡਦਾ, ਕਿਉਂਕਿ ਸ਼ਹਿਨਸ਼ਾਹ ਦਾ ਪੁੱਤ ਸ਼ਹਿਨਸ਼ਾਹ ਹੁੰਦਾ ਹੈ। ਇੱਥੇ ਗਰੀਬ ਦਾ ਕੋਈ ਕੰਮ ਨਹੀਂ, ਇੱਥੇ ਤਾਂ ਅਮੀਰਾਂ ਦਾ ਕੰਮ ਹੈ। ਜਿੰਨਾ ਵੱਡਾ ਤੇਰਾ ਦਰਬਾਰ ਹੈ, ਉਨੇ ਵੱਡੇ ਤੇਰੇ ਸਿੱਖ ਨੇ, ਉਨੀ ਵੱਡੀ ਤੇਰੀ ਸਾਧ ਸੰਗਤ ਹੈ। ਸੱਚਾ ਤੁਧ ਤਖਤ ਹਰ ਹਿਰਦੇ ਵਿੱਚ ਨਿਸ਼ਚਾ ਹੋਣ ਰੂਪ ਤਖਤ ਵੀ ਤੇਰਾ ਸੱਚਾ ਹੈ। ਸ੍ਰੀ ਅਕਾਲ ਤਖਤ ਕਈ ਕਹਿੰਦੇ ਮੈਂ ਤਾਂ ਨਹੀਂ ਮੰਨਦਾ। ਸਾਧ ਸੰਗਤ ਜੀਓ, ਸ੍ਰੀ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਜੀ ਦਾ ਪਾਵਨ ਸਥਾਨ ਹੈ, ਤੇ ਜਿਹੜਾ ਵੀ ਉੱਥੇ ਕੋਈ ਸੇਵਾ ਨਿਭਾਉਂਦਾ ਗੁਰੂ ਦੀ ਕਿਰਪਾ ਵਾਲਾ ਹੀ ਹੈ।
ਤੋ ਇਸ ਲਈ ਜੇ ਸਾਡੇ ਬੱਚੇ ਗੁਰਦੁਆਰੇ ਨੂੰ ਨਹੀਂ ਮੰਨਣਗੇ ਤਾਂ ਕਿਸੇ ਦੁਨਿਆਵੀ ਪੁਰਖ ਦੇ ਪਿੱਛੇ ਜਾਣਗੇ, ਕੋਈ ਚੰਗੀ ਬਾਤ ਥੋੜੋ। ਆਪਦੇ ਧਰਮ ਦੇ ਅੰਡਰ ਰਹਿਣਾ ਚਾਹੀਦਾ। ਗੁਰੂ ਘਰ ਦੇ 5 ਤਖਤ ਹਨ, ਜਾਂ ਜਿੱਥੇ ਗੁਰੂ ਸਾਹਿਬ ਦਾ ਪਾਵਨ ਪ੍ਰਕਾਸ਼ ਹੈ ਉਹੀ ਸਾਡੇ ਲਈ ਤਖਤ ਹੈ, ਔਰ ਉਹਨੂੰ ਮੰਨਣਾ ਪੂਜਣਾ ਸਿੱਖ ਦਾ ਧਰਮ ਹੈ। ਇਸੇ ਪ੍ਰਕਾਰ ਸੱਚਾ ਵੱਡਾ ਤੇਰਾ ਦਰਬਾਰ, ਤੇਰਾ ਬੈਕੁੰਠ ਜਾਂ ਸੱਚਖੰਡ ਉਹ ਦਰਬਾਰ ਵੀ ਵੱਡਾ ਹੈ। ਸੱਚਾ ਤੁਧ ਤਖਤ, ਔਰ ਸਾਧ ਸੰਗਤ ਰੂਪ ਤਖਤ ਵੀ ਸੱਚਾ ਹੈ। ਜਾਂ ਅੰਤःਕਰਨ ਦਾ ਦੇਵੀ ਸੰਪਦਾ ਬ੍ਰਹਮ ਗਿਆਨ ਦੇ ਸਹਿਤ ਹੋਣ ਰੂਪ ਤਖਤ ਵੀ ਸੱਚਾ ਹੈ। ਇਸੇ ਪ੍ਰਕਾਰ ਵੱਡਾ ਤੇਰਾ ਦਰਬਾਰ, ਤੇਰਾ ਸਰੂਪ ਰੂਪੀ ਦਰਬਾਰ ਇਹ ਵੱਡਾ ਤ੍ਰੈ ਕਾਲ ਆਬਾਦ ਰੂਪ ਹੈ। ਭਾਵ ਤਿੰਨਾਂ ਕਾਲਾਂ ਵਿੱਚ ਨਾਸ਼ ਹੋਣ ਵਾਲਾ ਨਹੀਂ ਹੈ। ਸੱਚਾ ਤੁਧ ਤਖਤ, ਅਤੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਗਿਆਨ ਰੂਪ ਤਖਤ ਵੀ ਸੱਚਾ ਹੈ। ਸਿਰ ਸਾਹਾ ਪਾਤ ਸਾਹ, ਹੇ ਪਰਮੇਸ਼ਰ ਤੂੰ ਕੁਬੇਰ ਭੰਡਾਰੀ ਆਦਿਕ ਸ਼ਾਹੂਕਾਰਾਂ ਦੇਵਤਿਆਂ ਦਾ ਜਿਹੜਾ ਭੰਡਾਰੀ ਹੈ, ਸ਼ਾਹੂਕਾਰ ਹੈ, ਕੁਬੇਰ ਮੰਨਿਆ ਕੁਬੇਰ, ਉਹਨਾਂ ਤੋਂ ਵੀ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਿਹੜੇ ਸੰਸਾਰ ਨੂੰ ਕਹਿੰਦੇ ਬਣਾਉਂਦੇ ਨੇ, ਪਾਲਦੇ ਨੇ, ਸੰਘਾਰ ਕਰਦੇ, ਇਹਨਾਂ ਪਾਤਸ਼ਾਹਾਂ ਤੋਂ ਵੀ ਤੂੰ ਸ਼੍ਰੋਮਣੀ ਪਾਤਸ਼ਾਹ ਹੈ। ਨਹੀਂ ਚੱਲ ਚੌਰ ਛੱਤ, ਔਰ ਤੇਰਾ ਹੁਕਮ ਰੂਪੀ ਚਵਰ ਚੌਰ ਤੇ ਜਸ ਰੂਪੀ ਛਤਰ ਇਹ ਚੱਲ ਰਹਿਣ ਵਾਲਾ ਹੈ। ਜਾਂ ਜਸ ਰੂਪੀ ਚੌਰ ਤੇ ਅਪਰੋਖ ਗਿਆਨ ਰੂਪੀ ਛਤਰ ਅਚਲ ਰਹਿਣ ਵਾਲਾ ਹੈ। ਜੋ ਭਾਵੈ ਪਾਰ ਬ੍ਰਹਮ, ਇਹ ਪੁੰਨਾਂ ਦੇ ਪਾਪਾਂ ਤੋਂ ਪਰੇ ਵਿਆਪਕ ਪਰਮਾਤਮਾ ਜਿਹੜਾ ਕੁਝ ਤੈਨੂੰ ਪਾਉਂਦਾ ਹੈ, ਸੋਈ ਸਚ ਨਿਆਉ, ਉਹੀ ਸਾਡੇ ਲਈ ਸੱਚਾ ਇਨਸਾਫ ਹੈ। ਜਾਂ ਉਹੀ ਤੇਰੇ ਸੱਚ ਸਰੂਪ ਦੀ ਪ੍ਰਾਪਤੀ ਦਾ ਨਿਯਮ ਨਿਰਣਾ ਹੈ। ਜੇ ਭਾਵੈ ਪਾਰ ਬ੍ਰਹਮ, ਇਹ ਪੁੰਨਾਂ ਦੇ ਪਾਪਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮੇਸ਼ਰ ਜੋ ਤੈਨੂੰ ਚੰਗਾ ਲੱਗ ਜਾਂਦਾ ਹੈ। ਨਿਥਾਵੇ ਮਿਲੈ ਥਾ, ਉਸ ਥਾਹੀਣੇ ਪੁਰਖ ਨੂੰ ਤੇਰਾ ਸੱਚਖੰਡ ਸਰੂਪ ਰੂਪੀ ਥਾਂ ਪ੍ਰਾਪਤ ਹੋ ਜਾਂਦਾ ਹੈ। ਜਦ ਕਮਲੀ ਜੁਲਾਈ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ 3 ਅੱਖਰਾਂ ਵਾਲਾ ਨਾਮ ਦੇ ਨੇ, ਸ੍ਰੀ ਗੁਰੂ ਅਮਰਦਾਸ ਮਹਾਰਾਜ 5 ਅੱਖਰਾਂ ਵਾਲਾ, ਪਰ ਉਹਨੇ ਐੜਾ ਮੰਮਾ ਤੇ ਰਾਰਾ 3 ਅੱਖਰਾਂ ਵਾਲਾ ਛੋਟਾ ਨਾਮ ਲਿਆ। ਤੇ ਛੋਟਾ ਨਾਮ ਲੈ ਕੇ ਕਹਿਣ ਲੱਗੀ ਵੀ ਇਹ ਉਹੀ ਨਥਾਵੇਂ ਹਨ। ਬਿਜਲੀ ਜੂ ਚਮਕੀ, ਜਲਾਇਆ ਕਹਿਣ ਲੱਗਾ ਕੌਣ ਡਿੱਗਿਆ ਹੈ? ਤੇ ਚਮਕਦੀ ਬਿਜਲੀ ਦੇ ਲਿਸ਼ਕਾਰੇ 'ਚ ਗੁਰੂ ਸਾਹਿਬ ਦਾ ਪਾਵਨ ਸਰੂਪ ਦਿਸਿਆ। ਤੇ ਜਲਾਈ ਬੋਲ ਉੱਠੀ, ਕਹਿੰਦੀ ਵੀ ਇਹ ਤਾਂ ਉਹ 3 ਅੱਖਰਾਂ ਵਾਲਾ ਨਾਮ ਲੈ ਕੇ ਕਹਿੰਦੀ ਇਹ ਤਾਂ ਉਹੀ ਨਥਾਵਾਂ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਹੇ ਕਮਲੀਏ ਜਲਾਈਏ, ਮੈਂ ਨਥਾਵਾਂ ਥੋੜੋ ਹਾਂ, ਮੇਰੇ ਨਥਾਵਿਆਂ ਦੇ ਥਾਮ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਤੂੰ ਇਹ ਗੱਲ ਕਾਹਦੀ ਕਰਤੀ? ਸੰਭਲ ਕੇ ਬੋਲੀਦਾ, ਬਜ਼ੁਰਗ ਬੰਦੇ ਨੂੰ ਤਾਂ ਉਵੇਂ ਨਹੀਂ ਮਖੌਲ ਕਰੀਦਾ। ਬੁੱਢਾ ਬੰਦਾ ਹੈ ਜੀ, ਉਹ ਡਿੱਗ ਪਿਆ, ਉਹਨੂੰ ਚੁੱਕੋ ਉੱਠ ਕੇ, ਕਮਲਿਓ ਤੇ ਚੱਲਿਓ। ਤੁਹਾਡੇ ਘਰ ਅੱਗੇ ਬੰਦਾ ਡਿੱਗਿਆ, ਕਿਤੇ ਹੋਰ ਡਿੱਗਿਆ ਹੋਵੇ ਉੱਥੇ ਤਾਂ ਜਾਣੋ ਰਹੇ, ਤੁਹਾਡੇ ਘਰ ਦੇ ਸਾਹਮਣੇ ਬੰਦਾ ਡਿੱਗਿਆ, ਉਹਨੂੰ ਚੁੱਕੋ, ਉਹਦੇ ਨਾਲ ਸਹਿਮਤੀ ਪ੍ਰਗਟਾਓ, ਉਹਦਾ ਖਿਆਲ ਕਰੋ ਵੀ ਉਹਨੂੰ ਸੱਟ ਪੇਟ ਤਾਂ ਨਹੀਂ ਲੱਗੀ, ਉਹਦੀ ਮਦਦ ਕਰੋ। ਉਲਟਾ ਅਗਲੇ ਦਾ ਮਖੌਲ, ਉਹਦੀ ਖਿੱਲੀ ਉਡਾਉਣੀ, ਇਹ ਕੋਈ ਬੰਦਿਆਂ ਵਾਲਾ ਕੰਮ ਥੋੜੋ। ਫਿਰ ਝੱਲਿਆਂ ਕਮਲਿਆਂ ਵਾਲਾ ਹੀ ਆ, ਫਿਰ ਉਹ ਕਮਲੀ ਹੋਈ ਸੀਗੀ। ਤੇ ਇਸ ਵਾਸਤੇ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ, ਕਿਉਂਕਿ ਉਹਨਾਂ ਆਪ ਹੀ ਆ ਕੇ ਸਾਰੀ ਆਪਦੀ ਕਰਤੂਤ ਦੱਸ ਦਿੱਤੀ, ਮਾਰੇ ਕਹਿੰਦੇ ਫਿਰ ਹੁਣ ਚੰਗਾ, ਇਹ ਝੱਲੀ ਤਾਂ ਠੀਕ ਹੋਏਗੀ ਜੇ ਤੁਸੀਂ ਘਰ ਛੱਡ ਦਿਓਗੇ, ਉੱਥੇ ਗੁਰਦੁਆਰਾ ਖੱਡੀ ਸਾਹਿਬ ਬਣਨਾ ਹੈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪਾਵਨ ਸਥਾਨ ਹੋਵੇਗਾ, ਜਿੱਥੇ ਗੁਰੂ ਸਾਹਿਬ ਦੇ ਚਰਨ ਲੱਗੇ ਨੇ, ਇਹ ਗੁਰਦੁਆਰਾ ਹੋਏਗਾ। ਆਪਦਾ ਘਰ ਕਿਤੇ ਬਾਹਰ ਦੂਰ ਚਲੇ ਜਾਓ, ਉੱਥੇ ਬਣਾਓ, ਤਾਂ ਇਹ ਠੀਕ ਹੋਊਗੀ।
ਕਿਉਂਕਿ ਇੱਥੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਇਹ ਜਗ੍ਹਾ ਤੁਹਾਨੂੰ ਛੱਡਣੀ ਪਏਗੀ। ਕਹਿੰਦੇ 7 ਬਚਨ ਜੀ। ਉਹ ਜਲਾਇਆ, ਆਪਦੀ ਜਲਾਈ ਨੂੰ ਲੈ ਕੇ ਤਿੱਤਰ ਹੋਇਆ। ਤੇ ਮਗਰੋਂ ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ 12 ਵਰ ਦਿੱਤੇ। ਉਹ 12 ਦੇ 12 ਵਰ ਜਿਹੜੇ ਗੁਰਦੁਆਰਾ ਖੱਡੀ ਸਾਹਿਬ ਤੋਂ ਹੇਠਾਂ ਸੜਕ ਜਾਂਦੀ ਹੈ, ਉਹਦੇ ਨਾਲ ਹੀ ਗੁਰਦੁਆਰਾ ਮੱਲ ਅਖਾੜਾ ਹੈ। ਮੱਲ ਅਖਾੜੇ ਦੇ ਅੰਦਰ ਜਦ ਐਂਟਰ ਕਰੀਏ, ਉਹ ਗੇਟ ਦੇ ਉੱਪਰ ਪੱਥਰ ਦੇ ਵਿੱਚ ਉਕਰੇ ਹੋਏ ਨੇ 12 ਦੇ 12 ਵਾਰ। ਸ੍ਰੀ ਗੁਰੂ ਅਮਰਦਾਸ ਜੀ, ਤੁਸੀਂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਇੰਜ 12 ਵਾਰ ਦਿੱਤੇ। ਸੋ ਹੇ ਪਾਰ ਬ੍ਰਹਮ ਪਰਮੇਸ਼ਰ, ਜੇ ਤੈਨੂੰ ਚੰਗਾ ਲੱਗ ਜਾਏ ਤਾਂ ਥਾਂ ਤੋਂ ਹੀਣੇ ਪੁਰਖ ਨੂੰ ਤੇਰਾ ਸੱਚਖੰਡ ਸਰੂਪ ਰੂਪੀ ਥਾਂ ਮਿਲੇ ਪ੍ਰਾਪਤ ਹੋ ਜਾਂਦਾ। ਇਹ ਸੀਟ ਇੱਥੇ ਬੁੱਕ ਹੋ ਜਾਂਦੀ ਹੈ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਖਾਲਸਾ ਜੀ, ਉਹ ਆਮ ਬਚਨ ਕਰਿਆ ਕਰਦੇ। ਮੇਰਾ ਸੁਭਾਅ ਕੁਛ ਕੁ ਖਰਬਾ ਅਤੇ ਕ੍ਰੋਧੀ ਹੈ। ਹਰੇਕ ਬੰਦੇ 'ਚ ਕੋਈ ਨਾ ਕੋਈ ਔਗਣ ਹੁੰਦਾ ਹੈ, ਨਹੀਂ ਤਾਂ ਫਿਰ ਬੰਦਾ ਭਗਵਾਨ ਹੀ ਬਣ ਜਾਏ। ਤੇ ਮੈਂ ਝੱਟ ਹੀ ਲੜ ਪੈਣਾ ਤੇ ਝੜਕਾਂ ਦੇਣ ਲੱਗ ਪੈਣੀਆਂ। ਬਾਬਾ ਜੀ ਨੇ ਕਹਿਣਾ, ਗਿਆਨੀ ਜੀ ਇਹ ਨਿਆਣੇ ਨੇ, ਇਹਨਾਂ ਦੇ ਗੁੱਸੇ ਨਾ ਹੋਇਆ ਕਰ। ਤੇ ਬੇਨਤੀ ਕਰਨੀ ਜੀ, ਆ ਵੇਖੋ ਭਾਂਡੇ ਸੁੱਟ ਕੇ ਚਲੇ ਗਏ। ਬੰਦਾ ਆਪਦੇ ਭਾਂਡੇ ਆਪ ਤਾਂ ਚੁੱਕੇ। ਖਰਬੂਜਾ ਖਾਧਾ ਛਿੱਲਣਾ ਪੈਰਾਂ 'ਚ, ਇਹਨਾਂ ਨੂੰ ਸਮਝਾਓ। ਕਹਿੰਦੇ ਉਹ ਜਾਣੇ ਨਿਆਣੇ ਨੇ, ਤੇ ਤੂੰ ਗੁੱਸਾ ਨਾ ਕਰਿਆ ਕਰ। ਇਹ ਮਹਾਰਾਜ ਦੇ ਸਿੰਘ ਨੇ, ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਹੈ। ਤੇ ਨਿਆਣੇ ਤਾਂ ਨਿਆਣੇ ਹੀ ਹੁੰਦੇ ਨੇ। ਮੈਨੂੰ ਯਾਦ ਹੈ, ਮੈਂ ਲਾਗੇ ਖੜਾ ਸੀਗਾ ਉੱਪਰਲੀ ਮੰਜ਼ਿਲ ਤੇ, ਤੇ ਮਹਾਂਪੁਰਖ ਆਪ ਦੇ ਪਿਆਰ ਤੇ ਵਜਦ ਦੇ ਵਿੱਚ ਬਾਣੀ ਦੇ ਸਰੂਰ 'ਚ ਹੇਠਾਂ ਦੇਖ ਰਹੇ ਸੀ। ਕੋਈ ਪ੍ਰੇਮੀ ਆਇਆ, ਗੰਨਿਆਂ ਦੀ ਭਰੀ ਹੋਈ ਟਰਾਲੀ ਉੱਥੇ ਖਿਲਾਰ ਗਿਆ ਵੀ ਇਹ ਸਾਡੇ ਨਿਆਣਿਆਂ ਵਰਗੇ ਹੀ ਨੇ। ਸਾਡੇ ਨਿਆਣੇ ਵੀ ਮੰਗਦੇ ਨੇ ਵੀ ਸਾਨੂੰ ਗੰਨੇ ਦਿਓ ਜੀ, ਛੱਲੀਆਂ ਦਿਓ ਜੀ। ਇੱਥੇ ਨਾਭਾ ਸਾਹਿਬ ਜਥਾ ਹੋਣਾ, ਕਿਸੇ ਨੇ ਖਰਬੂਜੇ ਸੁੱਟ ਜਾਣੇ, ਕਿਸੇ ਨੇ ਮਤੀਰੇ ਸੁੱਟ ਜਾਣੇ, ਹਦਵਾਣੇ। ਤੇ ਉਹ ਨਿਆਣਿਆਂ ਦਾ ਕੰਮ ਕੀ, ਅੱਧੇ ਖਾਧੇ ਅੱਧੇ ਸੁੱਟ ਕੇ ਇੱਧਰ ਉੱਧਰ। ਮਹਿਤੇ ਸਾਹਿਬ ਵੀ ਮੈਨੂੰ ਯਾਦ ਹੈ ਵੀ ਭਜੰਗੀ ਆਏ, ਉਹਨਾਂ ਤੋਂ ਬੁਰੇ ਹਾਲ ਕਰ ਦਿੱਤੇ ਟਰਾਲੀ ਦੇ। 4 ਸਵੇਰੇ ਮਰ ਖੋਰੀ ਖਿਲਰੀ, ਉਹ ਜਿੱਥੇ ਚੁੱਪਣ ਉੱਥੇ ਛੱਲਣਾ ਸੁੱਟ ਦੇਣ। ਕਦੇ ਕਸ਼ਹਿਰਾ ਡਿੱਗਿਆ ਪਿਆ, ਕਦੇ ਚੱਬਲ, ਕਦੇ ਕੁਛ। ਨਗਰ ਦਾ ਕੋਈ ਮੋਹਤਬਾਰ ਆਇਆ ਮਹਾਂਪੁਰਖਾਂ ਦੇ ਕੋਲ, ਮਲਕੜੇ ਜੀ, ਕਹਿਣ ਲੱਗੇ ਵੇਖੋ ਬਾਬਾ ਜੀ ਕੀ ਹਾਲ ਬਣਾਇਆ ਪਿਆ। ਇਹਨਾਂ ਨੂੰ ਸਮਝਾਉਂਦੇ ਕਿਉਂ ਨਹੀਂ? ਕਹਿੰਦੇ ਕੀ ਹੋਇਆ? ਕਹਿੰਦੇ ਵੇਖੋ ਕਿੰਨਾ ਖਲਾਰਾ ਪਾਇਆ ਪਿਆ। ਕਹਿੰਦੇ ਅੱਛਾ। ਜਿਸ ਤਰ੍ਹਾਂ ਮਾਂ ਦਾ ਸੁਭਾਅ ਹੁੰਦਾ, ਮੈਂ ਮਹਾਂਪੁਰਖਾਂ ਦਾ ਸੁਭਾਅ ਐਸਾ ਤੱਕਿਆ। ਘਰ ਦੇ ਵਿੱਚ ਜਿਹੜੇ ਬੱਚੇ ਨੇ, ਬੱਚਿਆਂ ਲਈ ਘਰ ਦੇ ਵਿੱਚ ਤਾਂ ਰੌਲਾ ਵੀ ਪਏਗਾ ਤੇ ਖਲਾਰਾ ਵੀ ਹੋਊਗਾ। ਜਿੱਥੇ ਨਿਆਣਾ ਹੀ ਕੋਈ ਨਹੀਂ, ਇਕੱਲਾ ਬੈਠਾ ਕਾਵਾਂ ਦਾ ਘਰ ਵੇਖਦਾ ਰਹੇ, ਛੱਤ ਦੇ ਬਾਲੇ ਗਣੀ ਜਾਏ ਤੇ ਉੱਲੂ ਵਾਂਗ ਵੇਖੀ ਜਾਏ, ਕੋਈ ਕੰਮ ਥੋੜ੍ਹਾ। ਜਿੱਥੇ ਰੌਣਕ ਹੈ, ਜਿੱਥੇ ਬੰਦੇ ਰਹਿੰਦੇ ਨੇ, ਉੱਥੇ ਸਭ ਕੁਛ ਹੀ ਆ। ਮਹਾਂਪੁਰਖਾਂ ਕਹਿੰਦੇ ਹਾਂਜੀ 7 ਬਚਨ ਕਹਿੰਦੇ ਆ, ਕੋਈ ਨਹੀਂ ਸਮਝਾਉਂਦੇ। ਮਾੜਾ ਜਿਹਾ ਉਹਨੇ ਪਿੱਠ ਕੀਤੀ, ਅੱਗੇ ਨੂੰ ਗਿਆ, ਕਹਿੰਦੇ ਲਓ ਵੇਖ ਲਓ ਦੁਨੀਆ ਦਾ ਕੰਮ। ਵੀ ਤੈਨੂੰ ਕੀ, ਤੂੰ ਆਪਦੇ ਘਰ ਨੂੰ ਜਾ। ਤੁਹਾਡੇ ਵੀ ਤਾਂ ਨਿਆਣੇ ਨੇ, ਸਾਡੇ ਬੱਚੇ ਨੇ। ਮੈਂ ਸੁਣ ਕੇ ਹੈਰਾਨ ਰਹਿ ਗਿਆ ਵੀ ਕਿੱਡੀ ਉੱਚੀ ਤੇ ਸੁੱਚੀ ਸੋਚ ਹੈ। ਕਹਿੰਦੇ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ ਵੀ ਇਹ ਜਿਹੜੀ ਟਕਸਾਲ ਹੈ, ਦਮਦਮੀ ਟਕਸਾਲ, ਇਹ ਸਾਧ ਸੰਗਤ ਦਾ ਹੀ ਰੂਪ ਹੈ। ਜਿਸ ਤਰ੍ਹਾਂ ਤੁਸੀਂ ਗੁਰਦੁਆਰੇ ਸਾਹਿਬ ਆ ਕੇ ਬੈਠਦੇ ਹੋ, ਕਾਹਦੇ ਲਈ ਬੈਠਦੇ ਹੋ? ਕਿ ਘਰ ਦੇ ਮਾਹੌਲ ਤੋਂ ਅਲੱਗ ਵਾਤਾਵਰਨ, ਜਿਹਦੇ ਵਿੱਚ ਪ੍ਰਭੂ ਨਾਲ ਜੁੜਨ ਦੀਆਂ ਫੀਲਿੰਗਸ ਹੁੰਦੀਆਂ। ਟਕਸਾਲ ਇੱਕ ਇਹੋ ਜਿਹੀ ਸੰਸਥਾ ਹੈ ਜਿਹਦੇ ਵਿੱਚ 24 ਘੰਟੇ 24 ਆਵਰ 8 ਪਹਿਰ ਚਿੱਤ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ। ਮਹਾਂਪੁਰਖਾਂ ਦੇ ਦਰਸ਼ਨ, ਗੁਰਬਾਣੀ ਦੀ ਸੰਥਿਆ,
पठन पाठन सेवा सिमरन साध संगत सवेर शाम कथा कीर्तन वाजा बजाओ जोड़ी सब नाम ही है। तो इस ਲਈ ਕਹਿੰਦੇ ਇੱਥੇ ਜਗ੍ਹਾ ਉਹਨੂੰ ਮਿਲਦੀ ਹੈ ਜੋ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਅਨੰਦਪੁਰ ਸਾਹਿਬ ਰਿਹਾ ਹੋਵੇ, ਵਿਚਰਿਆ ਹੋਵੇ। ਇਹ ਸਾਰੀ ਫੌਜ ਪੁਰਾਣੀ ਫੌਜ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਸੰਤ ਕਰਤਾਰ ਸੋ ਹੋਣੀ ਖਾਲਸਾ ਪਿੰਡਾਂ ਵਾਲੇ ਕਿਹਾ ਕਹਿੰਦੇ ਸਿੰਘੋ ਬਾਣੀ ਪੜ੍ਹੋ। ਜਿਸ ਬੰਦੇ ਨੂੰ ਜਾਪ ਸਾਹਿਬ ਨਹੀਂ ਆਉਂਦਾ ਉਹ ਬੰਦਾ ਕਾਹਦਾ? ਬੰਦੇ ਦੀ ਜੂਨ ਹੀ ਨਹੀਂ। ਮਹਾਂਪੁਰਖ ਸਮਝਾਉਂਦੇ ਹੁੰਦੇ ਨਾ, ਜਿਸ ਤਰ੍ਹਾਂ ਬੱਚਿਆਂ ਨੂੰ ਝਿੜਕ ਦੇਈਦੀ ਹੈ, ਤਾੜਨਾ ਕਰਕੇ ਸਮਝਾਈਦਾ। ਇਹ ਬਚਨ ਵਿਦਿਆਰਥੀਆਂ ਨੂੰ ਦੱਸਦੇ ਕਿ ਸਿੰਘੋ ਜਾਪ ਸਾਹਿਬ ਯਾਦ ਕਰ ਲਓ, ਇਹੀ ਤੁਹਾਡੀ ਨਿਸ਼ਾਨੀ ਹੈ ਬੰਦਿਆਂ ਦੀ। ਜਿਹਨੂੰ ਯਾਦ ਨਹੀਂ ਹੁੰਦਾ ਸਮਝ ਲਓ ਕੁੱਤਿਆਂ ਬਿੱਲਿਆਂ ਦੀ ਜੂਨ ਜੋ ਆਇਆ। ਕਹਿਣ ਦਾ ਭਾਵ ਇਸ ਤਰ੍ਹਾਂ ਝਿੜਕ ਦੇ ਕੇ ਤਰਕ ਕਰਕੇ ਤੇ ਨਿਆਣਿਆਂ ਨੂੰ ਜਾਪ ਸਾਹਿਬ ਸਿਖਾਉਂਦੇ। ਤੇ ਮੰਮੀ ਜ਼ੋਰ ਜ਼ਾਰ ਲਾ ਕੇ ਫਿਰ ਕਰ ਲਿਆ ਯਾਦ ਵੀ ਬੰਦੇ ਦੀ ਚੋਣ 'ਚ ਤਾਂ ਬਈਏ, ਸੰਤਾਂ ਦੇ ਬਚਨ ਤਾਂ ਮੰਨੋ ਭਾਈ। ਤੇ ਇਸ ਵਾਸਤੇ ਇਹ ਜਿਹੜੀ ਸਾਧ ਸੰਗਤ ਹੈ ਇਹਦੇ 'ਚ ਬੈਠਣਾ ਆਮ ਬੰਦੇ ਦਾ ਕੰਮ ਨਹੀਂ ਹੈ। ਕਿੱਡੇ ਕਿੱਡੇ ਵੱਡੇ ਗੁਰਦੁਆਰੇ ਹੁੰਦੇ ਨੇ, ਕਿੰਨਾ ਪ੍ਰਬੰਧ ਹੁੰਦਾ, ਤੇ ਫਿਰ ਵੀ ਲੋਕਾਂ ਨੂੰ ਇਸ਼ਤਿਹਾਰ ਲਾ ਕੇ ਅਨਾਉਂਸਮੈਂਟਾਂ ਕਰਕੇ ਬੁਲਾਈਦਾ, ਕਿਉਂਕਿ ਜਗ੍ਹਾ ਜੋ ਵੱਡੀ ਹੈ। ਪਰਮਾਤਮਾ ਦੀ ਕਿਰਪਾ ਤੋਂ ਬਗੈਰ ਬੰਦਾ ਆ ਹੀ ਨਹੀਂ ਸਕਦਾ। ਲੋਕਾਂ ਦਾ ਕੋਈ ਇਸ਼ਤਿਹਾਰ ਨਹੀਂ ਹੈ, ਕੋਈ ਐਡਵਰਟਾਈਜ਼ਮੈਂਟ ਨਹੀਂ ਹੈ, ਫਿਰ ਵੀ ਰੇਲ ਗੱਡੀਆਂ ਭਰੀਆਂ ਜਾਂਦੀਆਂ ਨੇ ਬਿਆਸ ਨੂੰ ਤੜਾ ਤੜ। ਤੋ ਇਸ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਵਾਲਾ ਸੱਚੇ ਪਾਤਸ਼ਾਹ ਦੇ ਦਰ ਵਿੱਚ ਆਉਂਦਾ ਹੈ। ਇਹ ਪਾਤਸ਼ਾਹ ਦਾ ਦਰ ਹੈ। ਇਹਦੇ ਵਿੱਚ ਜੇ ਭਾਵੈ ਪਾਰ ਬ੍ਰਹਮ ਨੇ ਥਾਵੇਂ ਮਿਲੈ ਥਾਉ, ਜਿਹਨੂੰ ਕੋਈ ਵੀ ਥਾਂ ਨਹੀਂ ਉਹਨਾਂ ਨਿਥਾਵਿਆਂ ਦਾ ਇਹ ਥਾਮ ਹੈ, ਉਹਨਾਂ ਨਿਮਾਣਿਆਂ ਦਾ ਇਹ ਮਾਣ ਹੈ। ਗੁਰੂ ਘਰ ਆ ਗਿਆ ਤੇ ਗੁਰੂ ਸਾਹਿਬ ਦੀ ਸਮਝ ਲਓ ਕਿਰਪਾ ਹੋ ਗਈ। ਇੱਕ ਛੋਟਾ ਜਿਹਾ ਬੱਚਾ ਮੁਕਤਸਰ ਸਾਹਿਬ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਕੋਲ ਆਇਆ, ਮੱਥਾ ਟੇਕਿਆ, ਫਤਿਹ ਬੁਲਾਈ। ਆਖਿਆ ਬਾਬਾ ਜੀ ਮੈਨੂੰ ਆਪਦੇ ਚਰਨਾਂ ਵਿੱਚ ਜਗ੍ਹਾ ਦਿਓ, ਯਾਨੀ ਟਕਸਾਲ 'ਚ ਰੱਖ ਲਓ। ਕਹਿੰਦੇ ਕਿਉਂ ਭਾਈ? ਕਹਿੰਦੇ ਮੇਰੀ ਮਾਂ ਮਰ ਗਈ ਹੈ। ਕਹਿੰਦੇ ਹੈ ਵਾਹਿਗੁਰੂ ਵਾਹਿਗੁਰੂ। ਇੱਧਰ ਆ। ਉਹਨੂੰ ਜੱਫੀ 'ਚ ਲੈ ਲਿਆ। ਉਹਨਾਂ ਦਾ ਸੁਭਾਅ ਬੜਾ ਮਿਲਾਪੜਾ ਤੇ ਹਸਮੁਖ ਸੀਗਾ। ਕਹਿੰਦੇ ਅੱਜ ਤੂੰ ਇਹ ਗੱਲ ਕਰ ਦਿੱਤੀ ਵੀ ਮੇਰੀ ਮਾਂ ਮਰ ਗਈ ਹੈ, ਅੱਜ ਤੋਂ ਬਾਅਦ ਤੈਨੂੰ ਸਹੁੰ ਲੱਗੇ ਵੀ ਜੇ ਤੂੰ ਗੱਲ ਕਰੇ ਵੀ ਮੇਰੀ ਮਾਂ ਮਰ ਗਈ ਹੈ, ਇਹ ਗੱਲ ਕਦੀ ਨਹੀਂ ਕਹਿਣੀ। ਮੇਰੀ ਮਾਂ ਤੇ ਤੇਰੀ ਮਾਂ ਆਪਾਂ ਗੁਰ ਭਾਈ ਆ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਗੁਰ ਭਾਈ ਹੈ। ਕਿਉਂਕਿ ਮੇਰਾ ਤੇ ਤੇਰਾ ਪਿਓ, ਮੇਰੀ ਮਾਂ ਤੇ ਤੇਰੀ ਮਾਂ ਇੱਕ ਹੈ। ਅਕਾਲ ਪੁਰਖ ਸਾਰਿਆਂ ਦਾ ਸਾਂਝਾ ਪਿਤਾ ਤੇ ਗੁਰੂ ਗੋਬਿੰਦ ਸਿੰਘ ਸਾਡੇ ਧਰਮ ਦੇ ਮਾਂ ਪਿਓ ਨੇ। ਅੱਜ ਤੋਂ ਬਾਅਦ ਇਹ ਕਹਿਣਾ ਵੀ ਮੇਰੀ ਮਾਤਾ ਮਾਤਾ ਸਾਹਿਬ ਦੇਵਾਂ ਕੌਰ ਹੈ, ਚੱਲ ਅੰਮ੍ਰਿਤ ਛਕ। ਜਿਹੜੀ ਚੀਜ਼ ਚਾਹੀਦੀ ਮੈਨੂੰ ਦੱਸ, ਲੀੜਾ ਕੱਪੜਾ ਰੋਟੀ ਪਾਣੀ, ਕਿਸੇ ਚੀਜ਼ ਦਾ ਘਾਟਾ ਨਹੀਂ। ਕਿੰਨੇ ਪੈਸੇ ਚਾਹੀਦੇ ਨੇ, ਮਾਇਆ ਤੇ ਲਾਸਾ। ਸੋ ਐਸੇ ਮਹਾਂਪੁਰਖ ਦਿਆਲੂ ਸੀਗੇ। ਤੋ ਜਿਨ੍ਹਾਂ ਦਾ ਕੋਈ ਵੀ ਥਾਂ ਨਹੀਂ, ਕੋਈ ਜਗ੍ਹਾ ਨਹੀਂ, ਉਹਨੂੰ ਸਾਧ ਸੰਗਤ ਦਾ ਆਸਰਾ ਹੈ। ਜੇ ਵਾਹਿਗੁਰੂ ਨੂੰ ਭਾਵੇ ਚੰਗਾ ਲੱਗੇ ਤਾਂ ਥਾਂ ਹੀਣੇ ਪੁਰਖ ਨੂੰ ਹੀ ਵਾਹਿਗੁਰੂ ਤੇਰਾ ਸੱਚਖੰਡ ਰੂਪੀ ਸਰੂਪ ਰੂਪੀ ਥਾਂ ਸਾਧ ਸੰਗਤ ਦੀ ਕਿਰਪਾ ਦੇ ਨਾਲ ਫਿਰ ਅੱਗੇ ਤਰੱਕੀ ਹੁੰਦੀ ਹੈ, ਅੱਗਾ ਪ੍ਰਾਪਤ ਹੁੰਦਾ ਹੈ। ਜੋ ਕਿੰਨੀ ਕਰਤਾਰ ਸਾਈ ਭਲੀ ਗੱਲ। ਹੇ ਕਰਤਾਰ ਪਰਮੇਸ਼ਰ, ਜਾਂ ਜੋ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਵਰਗੇ ਮਹਾਂਪੁਰਖ ਗੱਲਾਂ ਕਰਦੇ, ਯਾਨੀ ਕਥਾ ਬਚਨ ਬਿਲਾਸ ਗੁਰਬਾਣੀ ਦੀ ਨਿਸ਼ਚੈ ਦ੍ਰਿੜਾਉਣ ਲਈ, ਦ੍ਰਿੜ ਕਰਾਉਣ ਲਈ ਸਰਵਣ ਕਰਾਉਂਦੇ, ਉਹੀ ਚੰਗੇ ਬਚਨ ਉਹਨਾਂ ਦੀ ਕਥਾ ਜਿਨ੍ਹਾਂ ਜਿਨ੍ਹਾਂ ਸੁਣੀ ਜਾਂ ਜਿਹੜੇ ਸੁਣ ਲੈਂਦੇ, ਕੁਝ ਹੋਰ ਸੁਣਨਾ ਬਾਕੀ ਨਹੀਂ ਰਹਿ ਜਾਂਦਾ। ਇਹ ਪਰਮੇਸ਼ਰ ਜਿਹੜੀ ਤੂੰ ਕੀਤੀ ਹੋਈ ਹੈ, ਯਾਨੀ ਗੁਰਬਾਣੀ ਦੇ ਵਿੱਚ ਚੰਗੀ ਗੱਲ, ਇਹ ਜੋ ਗੁਰਬਾਣੀ ਦੀ ਵਿਚਾਰ ਹੈ, ਇਹ ਤੇਰਾ ਹੁਕਮ ਜੋ ਹੈ, ਇਹ ਹੁਕਮ ਰੂਪੀ ਗੱਲ ਬੜੀ ਹੀ ਚੰਗੀ ਹੈ। ਜਿਨੀ ਪਛਾਤਾ ਖਸਮ। ਇਹ ਖਸਮ ਮਾਲਕ ਪਰਮੇਸ਼ਰ
ਜਿਨ੍ਹਾਂ ਨੇ ਤੈਨੂੰ ਗੁਰ ਉਪਦੇਸ਼ ਦੁਆਰਾ ਪਹਿਚਾਨ ਲਿਆ ਹੈ। ਸੇ ਦਰਗਾਹ ਮਲ ਉਹ ਵਿਕਾਰਾਂ ਨੂੰ ਜਿੱਤਣ ਵਾਲੇ ਤੇਰੀ ਦਰਗਾਹ ਨਿਆਈ ਸਭਾ ਦੇ ਮੱਲ ਪਹਿਲਵਾਨ ਹਨ। ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲਿਓ ਚਦੁ ਮਾਲੜਾ। ਸਭ ਹੋਈ ਚਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ। ਬਾਤ ਵੱਜਣ ਟਮਕ ਫੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਨਿਹਤੇ ਪੰਜ ਜੁਆਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਤਗੜਾ ਹੋ ਜਾ ਭਾਈ। ਕਾਮ ਕ੍ਰੋਧ ਵੈਰੀਆਂ ਨੂੰ ਢਾਹ ਸੁੱਟ, ਆਪੇ ਛਿੰਝ ਪਵਾਏ ਮੱਲਾ ਖਾੜਾ ਰਚਿਆ। ਘੋੜ ਕਬੱਡੀ ਦੀ ਜਾਚ ਸਿਖਾ ਕੇ, ਜ਼ੋਰ ਕਰਾ ਕੇ, ਸਰੀਰ 'ਚ ਬਲ ਭਰ ਕੇ, ਆਤਮਾ ਨੂੰ ਬਲਵਾਨ ਕਰਕੇ ਵਿਕਾਰਾਂ ਨਾਲ ਲੜਨ ਦੀ ਗੁਰੂ ਸਾਹਿਬ ਸ਼ਕਤੀ ਬਖਸ਼ਦੇ ਹਨ। ਉਹੀ ਸਾਧ ਸੰਗਤ ਜੀ ਉਹ ਮੱਲ ਪਹਿਲਵਾਨ ਹੈ। ਜਾਂ ਇਸੇ ਪ੍ਰਕਾਰ ਜਿਨੀ ਪਛਾਤਾ ਖਾਸਮ, ਹੇ ਪਰਮੇਸ਼ਰ, ਜਿਨ੍ਹਾਂ ਨੇ ਤੇਰੇ ਸਰੂਪ ਨੂੰ ਪਹਿਚਾਨ ਲਿਆ ਹੈ। ਸੇ ਦਰਗਾਹ ਮਲ ਉਹਨਾਂ ਨੇ ਦਰ ਅੰਦਰ ਹਿਰਦੇ ਰੂਪੀ ਗਾਹ ਜਗ੍ਹਾ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਨੂੰ ਮਲ ਛੱਡਿਆ ਹੈ। ਜਾਂ ਵਿਕਾਰਾਂ ਰੂਪੀ ਪਹਿਲਵਾਨਾਂ ਨੂੰ ਮਲ ਦਿੱਤਾ ਹੈ, ਦੂਰ ਕਰ ਦਿੱਤਾ ਹੈ। ਜਾਂ ਤੁਰਿਆ ਪਦਰੂਪ ਦਰਗਾਹ ਨੂੰ ਮਲ ਕੇ ਬੈਠ ਗਏ ਹਨ। ਸਹੀ ਤੇਰਾ ਫੁਰਮਾਨ ਬੋਰਡ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਜੁਗੋ ਜੁਗ ਅਟਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫੁਰਮਾਨ ਜਾਂ ਅੱਜ ਦਾ ਹੁਕਮਨਾਮਾ, ਇਹ ਜੋ ਤੇਰਾ ਹੁਕਮਨਾਮਾ, ਤੇਰਾ ਫੁਰਮਾਨ ਹੈ, ਇਹ ਸਹੀ ਸੱਚਾ ਹੈ। ਕਿਨਾ ਨਾ ਫੇਰੀਐ, ਗੁਰਬਾਣੀ ਦਾ ਇੱਕ ਇੱਕ ਅੱਖਰ ਸਾਡੇ ਲਈ ਫੁਰਮਾਨ ਹੁਕਮ ਹੈ। ਕਿਸੇ ਪਾਸੋਂ ਵੀ ਜੋ ਫੇਰਿਆ ਪਾ ਮੋੜਿਆ ਨਹੀਂ ਜਾਂਦਾ। ਕਾਰਨ ਕਰਨ ਕਰੀਮ, ਇਹ ਸਾਰੇ ਫਾਰਸੀ ਦੇ ਅੱਖਰ ਨੇ। ਕਰੀਮ, ਇਹ ਪਰਮਾਤਮਾ ਤੂੰ ਸਾਰੇ ਕਾਰਜਾਂ ਦੇ ਕਰਨ ਵਾਲਾ ਹੈ ਤੇ ਆਪ ਹੀ ਕਰੀਮ ਕਰਮ ਬਖਸ਼ੀ ਕਰਨ ਵਾਲਾ ਹੈ। ਜਾਂ ਕਰੀਮ ਆਪ ਹੀ ਕਿਰਪਾਲਤਾ ਕਰਨੇ ਵਾਲਾ ਹੈ। ਕੁਦਰਤ ਤੇਰੀ ਹੈ, ਇਹ ਸਭ ਤੇਰੀ ਹੀ ਕੁਦਰਤ ਸ਼ਕਤੀ ਹੈ। ਕੁਦਰਤ ਕਰਕੇ ਵਸਿਆ ਸੋਏ। ਸੋ ਇਹ ਮਹਾਰਾਜ ਸਾਰੀ ਤੇਰੀ ਹੀ ਕੁਦਰਤ ਹੈ। ਜੋ ਧਰਤੀ ਹੇਠ ਵਸੰਦਾ ਪਾਣੀ, ਧਰਤੀ ਨਾਲੋਂ 10 ਗੁਣਾ ਪਾਣੀ ਜ਼ਿਆਦਾ। ਧਰਤੀ ਫਿਰ ਵੀ ਬੇੜੀ ਵਾਂਗ ਤੈਰ ਰਹੀ ਹੈ। ਇਹਦੀ ਮਿੱਟੀ ਖੋਰ ਕੇ, ਮਿੱਟੀ ਦਾ ਟੇਲਾ ਤੁਸੀਂ ਪਾਣੀ ਵਿੱਚ ਸੁੱਟੋ, ਝਾਟੀ ਖੁਰ ਜਾਂਦਾ। MC ਵਾਲੇ ਗੌਰਮੈਂਟ ਸੜਕਾਂ ਬਣਾਉਂਦੀ ਹੈ, ਤੁਸੀਂ ਰਸਤੇ ਜਾਂਦਿਆਂ ਦੇਖਿਆ ਹੋਊਗਾ। ਉਹ ਮੇਰੇ ਵਰਗੇ ਜੂਸ ਦੀ ਦੁਕਾਨ ਵਾਲੇ ਜਾਂ ਕੋਈ ਰੰਗ ਰੋਗਨ ਕਰਨ ਵਾਲੇ ਜਾਂ ਹੋਰ ਪਾਣੀ ਵਾਲੇ, ਤੇ ਜਿੱਥੇ ਜਿੱਥੇ ਪੱਕੀ ਸੜਕ 'ਤੇ ਵੀ ਭਾਵੇਂ ਪਾਣੀ ਪੈਂਦਾ, ਕੋਈ ਵੀ ਜਗ੍ਹਾ ਹੈ। ਮੈਂ ਤਾਂ ਦਰਬਾਰ ਸਾਹਿਬ ਵੀ ਵੇਖਿਆ ਵੀ ਪਾਣੀ ਪੈ ਪੈ ਕੇ ਬਾਲਟੀਆਂ ਮਾਰ ਮਾਰ ਕੇ ਪੱਥਰਾਂ 'ਚ ਵੀ ਮੋਰੀਆਂ ਹੋ ਜਾਂਦੀਆਂ। ਪਾਣੀ ਇੱਕ ਇਹੋ ਜਿਹੀ ਚੀਜ਼ ਹੈ, ਦੁਨੀਆ 'ਚ ਸਭ ਤੋਂ ਪਤਲੀ ਵਸਤੂ ਪਾਣੀ ਹੈ। ਪਰ ਪਾਣੀ ਕਾਗਜ਼ ਨੂੰ ਤਾਂ ਖੋਰਦਾ, ਮਿੱਟੀ ਨੂੰ ਤਾਂ ਖੋਰਦਾ, ਪੱਕੀ ਸੜਕ ਨੂੰ ਵੀ, ਰੇਤਾ ਬਜਰੀ ਵਾਲੀ ਸੜਕ ਨੂੰ ਵੀ ਘਰ ਹੀ ਲਾ ਦਿੰਦਾ। ਵੇਖੋ ਖੂਹ ਦੇ ਉੱਪਰ ਉਹ ਜਿਹੜੀ ਮੌਣ ਹੁੰਦੀ ਹੈ, ਪੁਰਾਣੇ ਸਮਿਆਂ 'ਚੋਂ ਨਲਕੇ ਹੇਠ ਬਾਲਟੀ ਵੱਜ ਵੱਜ ਕੇ ਖੁਰੇ ਦੇ ਵਿੱਚ ਵੀ ਨਿਸ਼ਾਨ ਪੈ ਜਾਂਦੇ ਸੀਗੇ। ਇੰਝ ਜਿਹੜਾ ਪਾਣੀ ਆ ਉਹ ਛੱਡਦਾ ਨਹੀਂ ਕਿਸੇ ਨੂੰ, ਚੰਗੇ ਭਲੇ ਬੰਦੇ ਨੂੰ ਖੋਰ ਕੇ ਰੱਖ ਦਿੰਦਾ। ਪਾਣੀ ਇੱਕ ਇਹੋ ਜਿਹੀ ਚੀਜ਼ ਹੈ। ਤੇ ਫਿਰ ਵੀ ਵੇਖੋ ਰੱਬ ਦੀ ਕੁਦਰਤ ਹੈ, ਭਗਵਾਨ ਦੀ। ਉਹ ਜਿਹੜਾ ਪਾਣੀ ਹੈ ਸਾਡੇ ਸਰੀਰ ਨੂੰ ਵੀ ਮੇਨਟੇਨ ਕਰ ਰਿਹਾ। ਤੇ 1/3 ਹਿੱਸਾ ਪਾਣੀ ਹੈ। ਜ਼ਬਾਨ ਦੇ ਵਿੱਚ ਪਾਣੀ ਨਾ ਹੋਵੇ ਤੇ ਜ਼ਬਾਨ ਬੋਲ ਨਹੀਂ ਸਕਦੀ। ਸੰਘ ਦੇ ਵਿੱਚ ਪਾਣੀ ਨਾ ਹੋਵੇ, ਗਲੇ ਦੀ ਸੁਰ ਨਹੀਂ ਬਣਦੀ, ਖਾਂਸੀ ਆਈ ਜਾਏਗੀ, ਗਲਾ ਸੁੱਕੀ ਜਾਊਗਾ। ਅੱਜ ਕੱਲ੍ਹ ਬਿਮਾਰੀ ਵੀ ਇਸ ਤਰ੍ਹਾਂ ਦੀ ਹੋਈ ਹੈ। ਤੇ ਇਸੇ ਪ੍ਰਕਾਰ ਪਾਣੀ ਪਰਵਿਸ਼ ਕਰ ਰਿਹਾ, ਜਗਤ ਨੂੰ ਪੈਦਾ ਕਰ ਰਿਹਾ। ਪਾਣੀ ਪਿਤਾ ਜਗਤ ਕਾ, ਇਹ ਰੱਬ ਦੀ ਕੁਦਰਤ ਹੀ ਹੈ। ਕਿ ਇੱਕ ਨੁਕਸਾਨ ਵਾਲੀ ਚੀਜ਼ ਜਿਹੜੀ ਫਲੱਡਾਂ ਦੇ ਰੂਪ ਦੇ ਵਿੱਚ ਵੇਖੋ ਕਿੰਨਾ ਨੁਕਸਾਨ ਕਰਦੀ, ਤੇ ਭਾਖੜਾ ਬੰਨ੍ਹ ਲੱਗ ਗਿਆ ਤੇ ਸਾਨੂੰ ਬਿਜਲੀ ਬਣਾ ਬਣਾ ਦੇ ਰਿਹਾ। ਕਿੰਨਾ ਇਹ ਸਖਤ ਸੁਭਾਅ ਵਾਲਾ, ਫਿਰ ਵੀ ਸਾਡਾ ਭਲਾ ਕਰ ਰਿਹਾ ਹੈ। ਤੇ ਧਰਤੀ ਨੂੰ ਡੋਬਦਾ ਨਹੀਂ ਹੈ, ਇਹ ਤੈਰ ਰਹੀ ਹੈ।
ਤੇ ਆਪਾਂ ਵੇਖੋ ਕਿੰਨੀ ਕਿੰਨੀ ਉੱਚੀਆਂ ਬਿਲਡਿੰਗਾਂ, ਕਿੰਨੇ ਕਿੰਨੇ ਵੱਡੇ ਘਰ, ਕਿੰਨੇ ਕਿੰਨੇ ਵੱਡੇ ਪਹਾੜ ਦਰਖਤ ਸਭ ਪਾਣੀ ਦੇ ਉੱਪਰ ਧਰਤੀ ਦੇ ਉੱਪਰ ਤੈਰ ਰਹੇ ਨੇ। ਇਹੀ ਤਾਂ ਕੁਦਰਤ ਹੈ। ਇਹ ਭਗਵਾਨ ਤੂੰ ਆਪ ਤਾਂ ਮਹਾਨ ਹੀ ਹੈ, ਤੇਰੀ ਕੁਦਰਤ ਜਿਹੜੀ ਸ਼ਕਤੀ ਹੈ ਉਹ ਵੀ ਬੜੀ ਮਹਾਨ ਹੈ। ਤੋ ਇਸ ਲਈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਗੱਲਾਂ, ਉਹਦੀ ਸਿਫਤ ਸਲਾਹ ਹੈ ਜੋ ਗੁਰੂ ਸਾਹਿਬ ਦੀ ਬਾਣੀ ਦੁਆਰਾ ਆਪਣੇ ਸਰਵਣ ਕੀਤੀ ਹੈ। ਇਹਦੇ ਨਾਲ 16 ਪੌੜੀਆਂ ਦੀ ਸੰਪੂਰਨਤਾ ਹੋਈ ਹੈ ਜੀ। ਵਿਚਾਰ ਕਰਦੇ ਹਾਂ 10 ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਨੇ, ਕਿਰਪਾ ਕਰਕੇ ਮਾਫ ਕਰਨਾ ਜੀ। ਅੱਗੇ ਦੋ ਸਮਤ ਬਖਸ਼ਣੇ। ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਾਹ ਮਲ, ਸਹੀ ਤੇਰਾ ਫੁਰਮਾਨ ਕਿਨੇ ਨਾ ਫੇਰੀਐ, ਕਾਰਣ ਕਰਨ ਕਰੀ ਕੁਦਰਤ ਤੇਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।